दोहरा पयो मेल जब आनंदपुर, क्यों दिश ते सिख आए। पई पीर दीरग तहां, दरस चाहे अधिकाए। वाहिगुरु जी का खालसा, वाहिगुरु जी की फतेह। जुगो जोगा टल दसां पातशाहियां दी आत्मक जागदी जोत, सतगुर बाणी पुरख पुरखोतम बाणी स्यों चित लावै गो। गुरबाणी सुनत मेरा मन द्रव्या, मन भीना निज घर आवै गो। श्री गुरु ग्रंथ साहिब जी दे पावन पवित्र चरण कमलों च एकत्र होए गुरु का खास रूप गुरु खालसा साध संगत जीओ धनता दे पात्र हो। निता प्रति गुरु चरना च हाजरियां भर के साहिबे कमाल पंथ दे वाली चिट्टियां बाजां वाले शमशेरे बहादुर दे गुर ते के धनी सतगुरु श्री गुरु गोबिंद सिंह साहिब जी महाराज जी दे पावन पवित्र इतिहास की लड़ीवार कथा बहुत ही अदब सत्कार और श्रद्धा सहित आप जी सरवण कर रहे। दयानिध भगत वचल स्वामी अपने सिखां दे नाल भारी हित करते ने। चेतो मसंद जो गुरु के सिखां नूं जां होर मसंद गुरु की संगत नूं दुखदाई साबित हो रहे ने, उन्हां मसंदां तो सदैवी काल लई अपने सिखां नूं सुतंत्र करन दा फुरना गुरुदेव ने कीता। चेतो पंजाब दे जिहड़े मसंद सन उन्हां विचों सिरमौर सी। ਇਹਦਾ पाप उगड़ के सामने आया। नाले पाप कीता, चोरी कीती, नाले सतगुरां दे सन्मुख झूठ बोलिया। सतगुरां दे सामने सतगुरां दे प्रेम वाले सिख नूं ताड़ना कीती। ਇਹਦਾ पाप प्रगट करके गुरुदेव ने जाहिर करके विखा दिता। हुक्म कीता इनू सजा दिओ, दंड दिओ। सतगुरु जी दे हुक्म की पालना महाराज जी दे योधिया ने कीती। चेतो मसंद नूं ताड़ना करके इनू सजा दिती है। हुण कलगीधर जी ने विचार कीती है, सिक्खी दी परख करिए। जिवें श्री करतारपुर साहब की धरती ते जगत गुरु गुरु नानक साहब दे वेले बहुत सारी सिख संगत इकट्ठी हुई तां गुरुदेव ने उन्हां सिखां दी परख कीती, सिक्खी परखी। कलगीधर जी ने भी संकल्प कीता है सिक्खी दी परख करिए, परख के वेखीए किहड़े मर जीवड़े ने जिहड़े सिर तली ते रख के अगे आउंदे आ, और उन्हां मर जीवड़ियां दा पंथ ओ साजीए। आओ खालसे पंथ दी साजना कलगीधर स्वामी जी कर रहे ने। विसाखी मनाउण दी मर्यादा गुरु घर विच श्री गुरु अमरदास साहब जी दे वेले प्रारंभ हो चुकी सी। 1699 दी विसाखी आई है। ये खालसे दा प्रगट उत्सव दिहाड़ा है। किवें मेरे पातशाह इस विसाखी वाले दिन जिस पंथ दी साजना करन लई गुरुदेव आए ने वो पंथ साज रहे ने। मन और बिरतियां एकागर करके
ਕਲਗੀਧਰ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰੋ। ਸਮੂਹ ਮਾਈ ਭਾਈ ਆਖੋ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪਇਓ ਮੇਲ ਜਬ ਆਨੰਦਪੁਰ, ਕਿਉਂ ਦਿਸ਼ ਤੇ ਸਿੱਖ ਆਏ। ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਸਾਹਿਬ ਜੀ ਦੇ ਹੁਕਮਨਾਮਿਆਂ ਨੂੰ ਸੁਣਦਿਆਂ ਬੇਅੰਤ ਸੰਗਤਾਂ ਚਾਰਾਂ ਦਿਸ਼ਾਵਾਂ ਤੋਂ ਹੁਮ ਹੁਮਾ ਕੇ ਪਹੁੰਚੀਆਂ ਨੇ। ਕਲਗੀਧਰ ਜੀ ਦੇ ਹੁਕਮਨਾਮੇ ਜਾਰੀ ਹੋਏ ਸਨ ਕਿ ਵਿਸਾਖੀ ਤੇ ਸਾਰੀ ਸੰਗਤ, ਸਾਰੇ ਸਿੱਖ ਸ਼ਸਤਰਧਾਰੀ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਪਹੁੰਚੋ। ਤੋ ਪਾਤਸ਼ਾਹ ਦੇ ਹੁਕਮ ਦੀ ਪਾਲਣਾ ਕਰਕੇ ਬੇਅੰਤ ਸੰਗਤ ਸ੍ਰੀ ਆਨੰਦਪੁਰ ਸਾਹਿਬ ਆਣ ਕੇ ਇਕੱਤਰ ਹੋਈ ਹੈ। ਭਾਈ ਪੀਰ ਦੀਰਗ ਤਾਹਾਂ, ਦਰਸ ਚਾਹੇ ਅਧਿਕਾਏ। ਹਜ਼ਾਰਾਂ ਸਿੱਖਾਂ ਦਾ ਇਕੱਠ ਸ੍ਰੀ ਆਨੰਦਪੁਰ ਸਾਹਿਬ ਹੋਇਆ। ਹਰ ਇੱਕ ਸਿੱਖ ਦੇ ਮਨ ਵਿੱਚ ਕਲਗੀਧਰ ਜੀ ਦੇ ਦਰਸ਼ਨਾਂ ਦੀ ਤਾਂਘ ਹੈ। ਦਸਵੇਂ ਪਾਤਸ਼ਾਹ ਜੀ ਦੇ ਦਰਸ਼ਨਾਂ ਦੀ ਕਾਂਖਾ ਹੈ। ਚੌਪਈ ਤਬੇ ਮੇਵਰੋ ਗੁਰ ਟਿਗਿਆ ਗਇਓ। ਜਦੋਂ ਸੰਗਤ ਇਕੱਤਰ ਹੋ ਗਈ ਤੋ ਮੇਵੜਾ ਮਹਾਰਾਜ ਕਲਗੀਧਰ ਜੀ ਦੇ ਚਰਨਾਂ 'ਚ ਆਇਆ। ਮੇਵੜਾ ਅਰਦਾਸੀਏ ਨੂੰ ਕਹਿੰਦੇ ਆ। ਇੱਕ ਅਰਦਾਸੀਆ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਇਆ ਹੈ। ਥਿਰ ਹੋਇਓ ਅਰਜ ਗੁਜਾਰਤ ਪਇਓ। ਮੇਵੜੇ ਨੇ ਗਲ ਵਿੱਚ ਪੱਲੂ ਪਾ ਕੇ ਕਲਗੀਧਰ ਜੀ ਦੇ ਸਨਮੁਖ ਬੇਨਤੀ ਕੀਤੀ ਹੈ। ਸਾਰੀ ਸੰਗਤ ਵੱਲੋਂ ਬੇਨਤੀ ਕੀਤੀ ਹੈ। ਮਹਾਰਾਜ ਸੰਗਤ ਸਮੁਦਾਈ। ਬੇਨਤੀ ਕੀਤੀ ਗਰੀਬ ਨਵਾਜ ਕਲਗੀਧਰ ਸੁਆਮੀ ਵਾਲੀਏ ਦੋ ਜਹਾਨ ਸਤਿਗੁਰੂ ਜੀ, ਆਪ ਜੀ ਦੇ ਹੁਕਮ ਦੀ ਪਾਲਣਾ ਕਰਕੇ ਆਪ ਜੀ ਦੀਆਂ ਬੇਅੰਤ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਸ੍ਰੀ ਆਨੰਦਪੁਰ ਸਾਹਿਬ ਆਣ ਕੇ ਇਕੱਤਰ ਹੋਈਆਂ ਹਨ। ਸੁਨ ਆਇਸ ਚੌ ਦਿਸ਼ ਤੇ ਆਈ। ਮਹਾਰਾਜ ਜੀ ਤੁਹਾਡੀ ਆਗਿਆ ਸੁਣ ਕੇ, ਤੁਹਾਡੇ ਹੁਕਮ ਦੀ ਪਾਲਣਾ ਕਰਕੇ ਚਾਰਾਂ ਦਿਸ਼ਾਵਾਂ ਤੋਂ ਸਿੱਖ ਚੱਲ ਕੇ ਆਏ ਹਨ। ਬਾਚਤ ਦਰਸ਼ਨ ਚੰਦ ਤੁਹਾਰਿਓ। ਹਰ ਇੱਕ ਮਾਈ ਭਾਈ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ। ਹਰ ਇੱਕ ਦੇ ਮਨ ਵਿੱਚ ਤੁਹਾਡੇ ਦਰਸ਼ਨਾਂ ਦੀ ਇੱਛਾ ਹੈ। ਜਿਮ ਚਕੋਰ ਤਿਮ ਮਿਲੇ ਹਜ਼ਾਰਾਂ। ਜਿਵੇਂ ਚਕੋਰ ਚਾਹੁੰਦੇ ਆ ਨਾ ਚੰਨ ਦੇ ਦਰਸ਼ਨ, ਏਦਾਂ ਹਜ਼ਾਰਾਂ ਸਿੱਖ ਮਿਲ ਕੇ ਇਕੱਠੇ ਹੋਏ ਨੇ ਔਰ ਸਭ ਦੇ ਅੰਦਰ ਤੁਹਾਡੇ ਚਿਹਰੇ ਦੇ, ਤੁਹਾਡੇ ਸਰੂਪ ਦੇ ਦਰਸ਼ਨ ਕਰਨ ਦੀ ਇੱਛਾ ਹੈ। ਸਾਗਰ ਸਮ ਉਮੜੇ ਗਨ ਆਏ। ਇਸ ਤਰ੍ਹਾਂ ਕਹਿ ਸਕਦੇ ਆ ਵੀ ਜਿਵੇਂ ਚੰਨ ਨੂੰ ਵੇਖ ਕੇ ਸਮੁੰਦਰ ਉਮੜਦਾ ਨਾ, ਏਦਾਂ ਸੰਗਤਾਂ ਮਹਾਰਾਜ ਜੀ ਉਮੜ ਕੇ ਆਈਆਂ ਨੇ ਆਪ ਜੀ ਦੇ ਦਰਸ਼ਨ ਕਰਨ ਲਈ। ਜੋ ਦਿਸ਼ਪੁਰ ਕੇ ਡੇਰੇ ਪਾਏ। ਸ੍ਰੀ ਆਨੰਦਪੁਰ ਸਾਹਿਬ ਦੇ ਚਾਰੇ ਪਾਸੇ ਦੂਰ ਦੂਰ ਤੱਕ ਸੰਗਤਾਂ ਦੇ ਡੇਰੇ ਲੱਗੇ ਹੋਏ ਨੇ, ਸੰਗਤਾਂ ਦੇ ਉਤਾਰੇ ਹੋਏ ਹਨ। ਸੁਨ ਕਲਗੀਧਰ ਹੁਕਮ ਬਖਾਨਾ। ਸੁਣ ਕੇ ਕਲਗੀਧਰ ਪੰਥ ਦੇ ਵਾਲੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਆਗਿਆ ਦੇਂਦਿਆਂ ਕਹਿਣ ਲੱਗੇ, ਜਹਾਂ ਦਮ ਦਮਾ ਊਚ ਮਹਾਨਾ। ਜਿੱਥੇ ਅੱਜ ਕੱਲ ਖਾਲਸੇ ਪੰਥ ਦਾ ਤਖਤ ਹੈ, ਤਖਤ ਸ੍ਰੀ ਕੇਸਗੜ੍ਹ ਸਾਹਿਬ। ਇਹ ਨਾਮ ਬਾਅਦ ਵਿੱਚ ਸਤਿਗੁਰਾਂ ਨੇ ਰੱਖਿਆ, ਪਹਿਲਾਂ ਇਹਨੂੰ ਉੱਚਾ ਦਮਦਮਾ ਹੀ ਕਹਿੰਦੇ ਸਨ। ਜਦੋਂ ਬਹੁਤ ਜ਼ਿਆਦਾ ਸੰਗਤ ਆਉਂਦੀ ਸੀ ਮਹਾਰਾਜ ਜੀ ਇੱਥੇ ਦੀਵਾਨ ਸਜਾਇਆ ਕਰਦੇ ਸੀ। ਉੱਚੇ ਥਾਂ ਤੇ ਸੀ। ਅੱਜ ਵੀ ਤੁਸੀਂ ਜਾ ਕੇ ਦਰਸ਼ਨ ਕਰੋ। ਉਚਾਈ ਦੇ ਉੱਤੇ, ਦਮਦਮੇ ਦੇ ਉੱਤੇ ਹੀ ਮਹਾਰਾਜ ਜੀ ਦਾ ਇਹ ਸਥਾਨ ਬਣਿਆ ਹੋਇਆ। ਗੁਰਦੇਵ ਨੇ ਬਚਨ ਕੀਤਾ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਾਲੀ ਜੋ ਜਗ੍ਹਾ ਉੱਚਾ ਦਮਦਮਾ ਹੈ, ਉੱਥੇ ਖੁੱਲੇ ਪੰਡਾਲ ਦੀਵਾਨ ਸਜਾਏ ਜਾਣ, ਉੱਥੇ ਸਾਡਾ ਤੰਬੂ ਕਨਾਤਾਂ ਲਾਏ ਜਾਣ।
ਤਿਸ ਕੇ ਨਿਕਟ ਉਤੰਗ ਸਥਾਨਾ। ਉਹਦੇ ਨੇੜੇ ਜਿਹੜਾ ਉੱਚਾ ਦਮਦਮਾ ਹੈ, ਉਹਦੇ ਨਾਲ ਜੋ ਉੱਚਾ ਥਾਂ ਹੈ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਾਲਾ, ਕਹਾ ਸੁਧਾਰੋ ਬਹੁ ਮੈਦਾਨਾ। ਉਹ ਜਗ੍ਹਾ ਨੂੰ ਸਾਫ਼ ਕਰ ਲਵੋ। ਉੱਚਾ ਟਿੱਬਾ ਹੈ, ਉਹਨੂੰ ਸਮਤਲ ਕਰ ਲਵੋ, ਸੁਧਾਰ ਕੇ ਬਰਾਬਰ ਬਣਾ ਲਵੋ, ਤਾਂ ਜੋ ਉੱਥੇ ਸੰਗਤ ਬੈਠ ਸਕੇ, ਸਜ ਸਕੇ ਦੂਰ ਤੱਕ। ਪੁਨ ਸ਼ਮਿਆਨੇ ਤਹਾਂ ਲਗਾਵੋ। ਔਰ ਉੱਥੇ ਸ਼ਮਿਆਨੇ ਲਾ ਦਿਓ, ਕਨਾਤ ਲਾ ਦਿਓ। ਤੰਬੂ ਰੁਚਰ ਕਨਾਤ ਤਨਾਵੋ। ਸੋਹਣਾ ਤੰਬੂ ਤੇ ਕਨਾਤਾਂ ਉੱਥੇ ਤਾਣ ਦਿੱਤੀਆਂ ਜਾਣ। ਸੁਨਤ ਮੇਵਰੋ ਬਾਹਿਰ ਆਇਓ। ਪਾਤਸ਼ਾਹ ਦਾ ਹੁਕਮ ਸੁਣ ਕੇ ਮੇਵੜਾ ਸਿੱਖ ਗੁਰਦੇਵ ਦੇ ਹੁਕਮ ਦੀ ਪਾਲਣਾ ਕਰਨ ਲਈ ਬਾਹਰ ਆਇਆ ਚੱਲ ਕੇ। ਸਭ ਕੋ ਹੁਕਮ ਹਜ਼ੂਰ ਸੁਨਾਇਓ। ਸਤਿਗੁਰੂ ਜੀ ਦਾ ਹੁਕਮਨਾਮਾ ਸਾਰੇ ਸੇਵਾਦਾਰਾਂ ਨੂੰ ਸੁਣਾਇਆ ਕਿ ਗੁਰੂ ਪਾਤਸ਼ਾਹ ਜੀ ਦਾ ਹੁਕਮ ਹੈ ਕਿ ਦਮਦਮੇ ਦੇ ਨਾਲ ਜੋ ਉੱਚਾ ਥਾਂ ਹੈ, ਜਿੱਥੇ ਅੱਜ ਕੱਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਸੁਭਾਏਮਾਨ ਹੈ, ਉਸ ਜਗ੍ਹਾ ਤੇ ਗੁਰਦੇਵ ਨੇ ਤੰਬੂ ਕਨਾਤਾਂ ਲਾਉਣ ਦਾ ਹੁਕਮ ਕੀਤਾ, ਦੀਵਾਨ ਸਜਾਉਣ ਦਾ ਹੁਕਮ ਕੀਤਾ ਹੈ। ਤੂਰਨ ਦਾਸ ਸੰਭਾਰਨ ਕੀਨੇ। ਸੇਵਾਦਾਰਾਂ ਨੂੰ ਗੁਰੂ ਘਰ ਦੇ ਜਿਹੜੇ ਟਹਿਲੀਏ ਸਨ, ਸਿੱਖ ਸਨ, ਸੇਵਾ ਕਰਨ ਵਾਲੇ ਮੇਵੜੇ ਨੇ, ਉਹਨਾਂ ਨੂੰ ਆਪਣੇ ਨਾਲ ਲਿਆ ਹੈ। ਹੋਏ ਆਇਸ ਅਨੁਸਾਰ ਪ੍ਰਬੀਨੇ। ਸਤਿਗੁਰੂ ਜੀ ਦੀ ਆਗਿਆ ਦੀ ਪਾਲਣਾ ਹੋਣ ਲੱਗੀ, ਗੁਰਦੇਵ ਦੇ ਹੁਕਮ ਦੀ ਪਾਲਣਾ ਹੋਣ ਲੱਗੀ ਹੈ। ਲਗ ਨਰ ਗਨ ਸੋ ਥਾਏ ਸੁਧਾਰੀ। ਬਹੁਤ ਸਾਰੇ ਸੇਵਾਦਾਰਾਂ ਨੇ ਰਲ ਕੇ ਪਹਿਲਾਂ ਜਿਹੜੀ ਉਬੜ ਖੂਬੜ ਥਾਂ ਸੀ ਉੱਪਰ ਬਣੀ ਹੋਈ ਟਿੱਬੇ ਤੇ, ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਸਮਤਲ ਕੀਤਾ, ਬਰਾਬਰ ਕੀਤਾ ਹੈ। ਬਿਕਮ ਹੋਤੀ ਕੀਨੀ ਸਮਸਾਰੀ। ਉੱਚੀ ਨੀਵੀਂ ਥਾਂ ਸੀ, ਕਿਤੇ ਟੋਏ ਸਨ, ਉਹ ਸਾਰੇ ਬਰਾਬਰ ਕਰਕੇ ਕਈਆਂ ਦੇ ਨਾਲ ਉਹਨੂੰ ਚੰਗੀ ਤਰ੍ਹਾਂ ਬਰਾਬਰ ਕਰਕੇ ਥੜਾ ਬਣਾ ਦਿੱਤਾ ਹੈ। ਪੁਨ ਤੰਬੂ ਇੱਕ ਰੁਚਰ ਲਗਾਇਓ। ਔਰ ਪਾਤਸ਼ਾਹ ਜੀ ਦੇ ਹੁਕਮ ਦੇ ਅਨੁਸਾਰ ਉਸੇ ਜਗ੍ਹਾ ਦੇ ਉੱਤੇ ਇੱਕ ਤੰਬੂ ਲਾਇਆ ਗਿਆ। ਬਹੁਤ ਦਰਬ ਜਿਸ ਉਪਰ ਲਾਇਓ। ਤੰਬੂ ਉਹ ਲਾਇਆ ਜਿਹੜਾ ਕਾਬਲ ਤੋਂ ਇੱਕ ਸਿੱਖ ਨੇ ਬਣਾ ਕੇ ਭੇਜਿਆ ਸੀ। 1.25 ਲੱਖ ਰੁਪਏ ਤੋਂ ਵੱਧ ਲਾਗਤ ਦਾ, ਕਹਿੰਦੇ ਬਹੁਤ ਜ਼ਿਆਦਾ ਕੀਮਤੀ ਉਹ ਤੰਬੂ ਸੀ। ਉਹ ਤੰਬੂ ਕਹਿੰਦੇ ਉੱਥੇ ਲਾਇਆ ਗਿਆ। ਦੀਰਗ ਚੌਂਦਿਸ਼ ਤਨੀ ਕਨਾਤ। ਉਹਦੇ ਆਲੇ ਦੁਆਲੇ ਚੌੜੀਆਂ ਜਿਹੜੀਆਂ ਦੀਰਘ ਲੰਮੀਆਂ ਕਨਾਤਾਂ ਸਨ, ਉਹ ਤਾਣੀਆਂ ਗਈਆਂ। ਲਾਲ ਰੰਗ ਕੀ ਸ਼ੁਭਤ ਬਨਾਤ। ਕਨਾਤਾਂ ਕਹਿੰਦੇ ਲਾਲ ਰੰਗ ਦੀਆਂ ਨੇ, ਬੜੀਆਂ ਸੁੰਦਰ, ਉਹਨਾਂ ਦੀ ਸ਼ੋਭਾ ਨਜ਼ਰ ਆ ਰਹੀ ਹੈ। ਤਾਨ ਚਾਨਣੀ ਲਗ ਚੌ ਔਰ। ਚਾਨਣੀਆਂ ਤਾਣ ਦਿੱਤੀਆਂ ਗਈਆਂ ਚਾਰੇ ਪਾਸੇ। ਜਿੱਥੇ ਮਹਾਰਾਜ ਜੀ ਨੇ ਸਜਣਾ, ਉੱਤੇ ਚੰਦੋਆ ਤਾਣ ਦਿੱਤਾ ਗਿਆ। ਰੇਸ਼ਮ ਜ਼ਰੀ ਲਗੀ ਜਿਸ ਡੋਰ। ਇਹਨੂੰ ਰੇਸ਼ਮ ਤੇ ਜ਼ਰੀਦਾਰ ਡੋਰਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ। ਕਲਸ ਚੋਬ ਕੰਚਨ ਕੇ ਬਨੇ। ਬੜੇ ਸੋਹਣੇ ਕਲਸ਼ ਜਿਹੜੇ ਨੇ ਤੰਬੂ ਦੇ ਉੱਤੇ ਲਾਏ ਗਏ। ਜਿਹੜੀਆਂ ਚੋਬਾਂ ਹੁੰਦੀਆਂ ਵਿੱਚ ਤੰਬੂ ਨੂੰ ਖੜਾ ਕਰਨ ਲਈ, ਉਹ ਚੋਬਾਂ ਵੀ ਕਹਿੰਦੇ ਸੋਨੇ ਚਾਂਦੀ ਦੀਆਂ ਬਣੀਆਂ ਹੋਈਆਂ ਲਾਈਆਂ ਨੇ। ਦਮਕਤ ਹੀਰੇ ਉਜਲ ਕੰਨੇ। ਇਹਨਾਂ ਵਿੱਚ ਕੀਮਤੀ ਹੀਰੇ ਦਮਕਦੇ ਨੇ, ਬੜੇ ਉਜਵਲ ਜਾਤੀ ਦੇ ਹਨ। ਮੁਕਤਾ ਝਾਲਰ ਸੁੰਦਰ ਸੋ ਹੈ। ਮੋਤੀਆਂ ਦੀਆਂ ਝਾਲਰਾਂ ਲਟਕਦੀਆਂ ਸੋਭਨੀਕ ਹੋ ਰਹੀਆਂ ਨੇ ਤੰਬੂ ਤੇ। ਅਵਲੋਕਤ ਸਭ ਕੋ ਮਨ ਮੋਹ ਹੈ। ਜਿਹੜਾ ਵੀ ਵੇਖਦਾ, ਵੇਖ ਕੇ ਉਹਦਾ ਮਨ ਮੋਹਿਤ ਹੋ ਜਾਂਦਾ ਹੈ। ਰਾਖੇ बीच विशाल मदाने। और ਉਹਦੇ ਨਾਲ ਦੂਰ ਤੱਕ ਜਿੱਥੇ ਸੰਗਤ ਨੇ ਬੈਠਣਾ, ਚਾਰੇ ਪਾਸੇ ਕਨਾਤਾਂ ਲਾ ਦਿੱਤੀਆਂ ਨੇ। ਸੰਗਤ ਦੇ ਬੈਠਣ ਵਾਸਤੇ ਫਰਸ਼ ਗਲੀਚੇ ਵਿਛਾ ਦਿੱਤੇ ਗਏ ਹਨ। ਦੂਰ ਤੱਕ ਮੈਦਾਨ ਬਣਾ ਕੇ ਕਹਿੰਦੇ ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਇਕੱਤਰ ਹੋ ਸਕੇ, ਐਸਾ ਪ੍ਰਬੰਧ ਸੇਵਾਦਾਰਾਂ ਨੇ ਕੀਤਾ ਹੈ। ਇੱਕ ਪੂਰੇ ਤੇ ਆਵਨ ਜਾਣੇ। ਔਰ ਕਹਿੰਦੇ ਇੱਕੋ ਦਰਵਾਜ਼ਾ ਪਿਛਲੇ ਪਾਸਿਓਂ ਅੰਦਰ ਆਉਣ ਦਾ ਤੇ ਜਾਣ ਦਾ ਬਣਾਇਆ ਗਿਆ। ਕਰ ਸਭ ਕਿਰਤ ਜਾਏ ਤਬ ਦਾਸ। ਜਦੋਂ ਸਾਰਾ ਦੀਵਾਨ ਸਜ ਗਿਆ, ਦੂਰ ਤੱਕ ਕਨਾਤਾਂ ਤਣ ਗਈਆਂ, ਗਿਲਮ ਗਲੀਚੇ ਵਿਛ ਗਏ, ਮਹਾਰਾਜ ਜੀ ਦਾ ਆਸਣ ਲੱਗ ਗਿਆ। ਸੇਵਾਦਾਰ ਪੂਰੀ ਤਿਆਰੀ ਕਰਕੇ ਦੀਵਾਨ ਦੀ
ਫਿਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਆਏ। ਸਤਿਗੁਰ ਪਾਸ ਕਰੀ ਅਰਦਾਸ, ਸਤਿਗੁਰੂ ਜੀ ਦੇ ਕੋਲ ਆ ਕੇ ਸੇਵਾਦਾਰਾਂ ਨੇ ਅਰਦਾਸ ਕੀਤੀ, ਬੇਨਤੀ ਕਰਕੇ ਦੱਸਿਆ। ਖਾਨ ਪਾਨ ਕਰਕੇ ਸਮੁਦਾਈ, ਉਹ ਮਹਾਰਾਜ ਜੀ ਨੇ ਉਸ ਵੇਲੇ ਇਸ਼ਾਰਾ ਕੀਤਾ ਕਿ ਕੱਲ ਨੂੰ ਉੱਥੇ ਦੀਵਾਨ ਸਜਾਵਾਂਗੇ। ਖਾਨ ਪਾਨ ਕੀਤਾ, ਭੋਜਨ ਛਕਿਆ। ਸੁਪਤ ਜਥਾ ਸੁਖ ਨਿਸਾ ਬਿਤਾਈ, ਕਿ ਸਾਰਾ ਦਿਨ ਤਾਂ ਦੀਵਾਨ ਸਜਾਉਂਦੇ ਹੀ ਲੱਗ ਗਿਆ। ਬੜਾ ਵੱਡਾ ਪੰਡਾਲ ਬਣਾਉਣਾ ਸੀ ਤੇ ਪੰਡਾਲ ਬਣਾਉਣ ਲਈ ਸਾਰਾ ਦਿਨ ਲੱਗ ਗਿਆ ਸੇਵਾਦਾਰਾਂ ਨੂੰ। ਉਹਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਵਿਦਵਾਨ ਜਨ ਦੱਸਦੇ ਨੇ ਤਕਰੀਬਨ 80,000 ਦਾ ਇਕੱਠ ਉੱਥੇ ਹੋਇਆ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ। ਤੋ ਉਹਨਾਂ ਦੇ ਬੈਠਣ ਲਈ ਕਿੰਨਾ ਖੁੱਲਾ ਵਿਵਸਥਾ ਕੀਤੀ ਹੋਣੀ ਹੈ, ਵਿਛਾਈਆਂ ਕੀਤੀਆਂ ਹੋਣੀਆਂ। ਸਾਰਾ ਦਿਨ ਲੱਗ ਗਿਆ। ਰਾਤ ਹੋਈ, ਭੋਜਨ ਛਕ ਕੇ ਸਭ ਨੇ ਆਪੋ ਆਪਣੇ ਆਸਣਾਂ ਤੇ ਆਰਾਮ ਕੀਤਾ। ਪਈ ਭੋਰ ਸਤਿਗੁਰ ਫੁਰਮਾਇਓ, ਅਗਲਾ ਦਿਨ ਚੜਿਆ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਹੁਕਮ ਕੀਤਾ, ਸਭ ਸੰਗਤ ਕੋ ਦਿਓ ਸੁਨਾਇਓ। ਕੀਤਾ ਸਾਰੀ ਸੰਗਤ ਨੂੰ ਭਾਈ ਸੁਣਾ ਦਿਓ ਕਿ ਜਿਨ੍ਹਾਂ ਦਰਸ਼ਨ ਕਰਨੇ ਨੇ ਉਹ ਸਾਰੇ ਉੱਥੇ ਦੀਵਾਨ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਾਲੇ ਸਥਾਨ ਤੇ ਆ ਜਾਣ। ਦਰਸ਼ਨ ਕਰੋ ਸਕਲ ਹਰ ਖਾਏ, ਆ ਕੇ ਭਾਈ ਸਾਰੇ ਖੁਸ਼ੀ ਸਹਿਤ ਗੁਰੂ ਦਰਸ਼ਨ ਕਰ ਲਓ। ਬਾਚਤ ਲਿਓ ਕਾਮ ਨਾ ਪਾਏ, ਉਹ ਤੁਹਾਡੇ ਮਨ ਦੀ ਵਾਂਛਾ ਹੈ ਉਹ ਦਰਸ਼ਨ ਕਰਕੇ ਤੁਸੀਂ ਪ੍ਰਾਪਤ ਕਰ ਲਵੋ। ਸੁਨ ਨਕੀਬ ਸਭ ਇਨਕੇ ਡੇਰੇ, ਮਹਾਰਾਜ ਜੀ ਦਾ ਹੁਕਮ ਸੁਣ ਕੇ ਨਕੀਬ ਗਿਆ। ਨਕੀਬ ਉੱਚੀ ਉੱਚੀ ਆਵਾਜ਼ ਵਿੱਚ ਸਾਰੀ ਸੰਗਤ ਨੂੰ ਖਬਰ ਦੇਣ ਲਈ, ਸੁਨੇਹਾ ਦੇਣ ਲਈ, ਗੁਰੂ ਹੁਕਮ ਸੁਣਾਉਣ ਲਈ ਬੋਲਦਾ। ਜਿੱਥੇ ਜਿੱਥੇ ਸੰਗਤ ਦੇ ਡੇਰੇ ਨੇ ਉੱਥੇ ਜਾ ਕੇ ਜੈ ਕੈ ਹੁਕਮ ਸੁਨਾਇਓ ਟੇਰੇ, ਹਰ ਪਾਸੇ ਜਾ ਕੇ ਸੰਗਤ ਨੂੰ ਮਹਾਰਾਜ ਜੀ ਦਾ ਹੁਕਮ ਸੁਣਾਇਆ ਕਿ ਭਾਈ ਸਾਰੀ ਸੰਗਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਾਲੀ ਜਗ੍ਹਾ ਤੇ ਆਣ ਕੇ ਇਕੱਤਰ ਹੋ ਜਾਵੇ। ਛੋਟੋ ਵੱਡੋ ਤਨੀ ਸਿੱਖ ਨਿਰਤਨ, ਜਿੰਨੇ ਵੀ ਚਾਹੇ ਕੋਈ ਵੱਡਾ ਸਿੱਖ ਹੈ, ਵੱਡਾ ਛੋਟਾ ਤੋਂ ਭਾਵ ਕਿ ਦੁਨਿਆਵੀ ਤੌਰ ਤੇ ਜਿਹਦੇ ਕੋਲ ਧਨ ਬਹੁਤ ਹੈ, ਚਾਹੇ ਕੋਈ ਗਰੀਬ ਹੈ, ਰੰਕ ਹੈ, ਬ੍ਰਾਹਮਣ ਖੱਤਰੀ ਸ਼ੂਦਰ ਵੈਸ਼ ਹੈ, ਕਿਸੇ ਵੀ ਵਰਣ ਨਾਲ ਜਾਤੀ ਨਾਲ ਸੰਬੰਧਿਤ ਹੋਵੇ, ਸਾਰੇ ਸਿੱਖ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਾਲੀ ਜਗ੍ਹਾ ਤੇ ਆਣ ਕੇ ਗੁਰੂ ਹੁਕਮ ਦੀ ਪਾਲਣਾ ਕਰਕੇ ਇਕੱਤਰ ਹੋਣ। ਸਭ ਪਹੁੰਚੇ ਸਤਿਗੁਰ ਕੇ ਦਰਸ਼ਨ, ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਸਾਰੇ ਸਿੱਖ ਪਹੁੰਚ ਗਏ। ਮਹਾਰਾਜ ਜੀ ਦੇ ਦੀਦਾਰ ਕਰਨ ਵਾਸਤੇ ਹਰ ਇੱਕ ਸਿੱਖ ਜਿੰਨੇ ਆਏ ਹੋਏ ਸੀ ਆਨੰਦਪੁਰ ਸਾਹਿਬ 'ਚ ਸਾਰੇ ਦੀਵਾਨ ਵਿੱਚ ਆ ਗਏ। ਵਸਤਰ ਸ਼ਸਤਰ ਸਭ ਪੈਰ ਸਰੀਰ, ਸ਼ਸਤਰਧਾਰੀ ਸਿੱਖ ਆਪਣੇ ਸਰੀਰਾਂ ਤੇ ਸ਼ਸਤਰ ਬਸਤਰ ਧਾਰਨ ਕਰਕੇ ਤਿਆਰ ਵਰ ਤਿਆਰ ਹੋ ਕੇ ਮਹਾਰਾਜ ਜੀ ਦੇ ਪੰਡਾਲ ਵਿੱਚ ਆਏ ਨੇ, ਦੀਵਾਨ ਵਿੱਚ ਆਏ ਨੇ। ਚਲੇ ਗੁਰੂ ਸਿੰਘ ਰਵਨ ਸਧੀਰ, ਔਰ ਸਤਿਗੁਰੂ ਜੀ ਦੇ ਦਰਸ਼ਨ ਪਰਸਣ ਵਾਸਤੇ ਜਿੰਨੇ ਵੀ ਸਿੱਖ ਨੇ ਬੜੇ ਪਿਆਰ ਨਾਲ ਆਏ ਹਨ। ਚਮਰ ਚਾਰੂ ਟੁਰਤ ਚਿਤ ਚੋਰਤ, ਮਹਾਰਾਜ ਜੀ ਆ ਕੇ ਸੋਹਣਿਆ ਸਿੰਘਾਸਣਾਂ ਤੇ ਬੈਠੇ ਨੇ, ਸੰਗਤ ਨੂੰ ਦਰਸ਼ਨ ਦੇ ਰਹੇ ਨੇ। ਪਾਤਸ਼ਾਹ ਜੀ ਦੇ ਸੀਸ ਉੱਤੇ ਬੜਾ ਸੁੰਦਰ ਸਫੇਦ ਰੰਗ ਦਾ ਚਵਰ ਬਰਦਾਰ ਝੁਲਾ ਰਿਹਾ ਹੈ ਜੋ ਬਹੁਤ ਹੀ ਸੁੰਦਰ ਪ੍ਰਤੀਤ ਹੋ ਰਿਹਾ ਹੈ। ਕਲਗੀ ਝੁਲਤ ਝਲਕ ਛਬ ਛੋਰਤ, ਗੁਰਦੇਵ ਦੇ ਸੀਸ ਉੱਤੇ ਬੜੀ ਸੁੰਦਰ ਕਲਗੀ ਉਹ ਝੂਲ ਰਹੀ ਹੈ। ਉਹਦੀ ਬੜੀ ਸੋਹਣੀ ਛਵੀ ਵੇਖਣ ਨੂੰ ਨਜ਼ਰ ਆ ਰਹੀ ਹੈ। ਸੰਗ ਬਹੁਤ ਸਿੱਖਨ ਪਟ ਪੀਰਾ, ਨਾਲ ਬਹੁਤ ਸਾਰੇ ਸਿੱਖ ਯੋਧੇ ਮਹਾਰਾਜ ਜੀ ਦੇ ਨਾਲ ਹਨ। ਡੇਰੇ ਮਹਿੰਗੇ ਗੁਨੀ ਗਈਰਾ, ਚੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ। ਗਿਲਮ ਗਲੀ ਚ ਫਰਸ਼ ਰਮਣੀਕਾ, ਇੱਥੇ ਸੋਹਣੇ ਗਿਲਮ ਗਲੀਚੇ ਵਿਛਾਏ ਗਏ ਨੇ, ਸੋਹਣੇ ਫਰਸ਼ ਵਿਛਾਏ ਗਏ ਨੇ। ਪਸ਼ਮ ਰੰਗ ਨਾਨਾ ਬਿਦਨੀਕਾ, ਪਸ਼ਮੀਨੇ ਦੇ ਬਸਤਰ ਨਾਨਾ ਪ੍ਰਕਾਰ ਦੇ ਰੰਗਾਂ ਦੇ ਗਲੀਚੇ ਹਨ। ਹੀਰੇ ਜਰਤ ਪੁਰਟ ਕੇ ਪਾਵੇ, ਮਹਾਰਾਜ ਜੀ ਦਾ ਜਿਹੜਾ ਪਲਗਾ ਹੈ ਕਹਿੰਦੇ ਬੜਾ ਸੁੰਦਰ ਹੈ।
ਬਹੁਤ ਸੋਹਣੇ ਕੀਮਤੀ ਉਹਦੇ ਵਿੱਚ ਹੀਰੇ ਜਿਹੜੇ ਨੇ ਉਹ ਜੜੇ ਹੋਏ ਨੇ। ਸੁੰਦਰ ਬੀਚ ਪ੍ਰਿਅੰਕ ਸੁਹਾਵੇ, ਬੜਾ ਸੋਹਣਾ ਪਲੰਘਾ ਮਹਾਰਾਜ ਜੀ ਦਾ ਉਹਦੇ ਵਿੱਚ ਸ਼ੋਭਨੀਕ ਹੋ ਰਿਹਾ ਹੈ। ਇਸ ਪਰ ਚੜ ਬੈਠਤ ਦੁਤੀ ਪਾਵਤ, ਗੁਰੂ ਕਲਗੀਧਰ ਪਾਤਸ਼ਾਹ ਉਸ ਪਲੰਘੇ ਦੇ ਉੱਤੇ ਆਣ ਕਰਕੇ ਸਜੇ ਨੇ, ਸੋਹਣੀ ਦੁਤੀ ਪ੍ਰਾਪਤ ਕਰ ਰਹੇ ਹਨ। ਆਵਤ ਚਲੇ ਸਿੱਖ ਹਰ ਖਾਵਤ, ਸੈਂਕੜਿਆਂ ਦੀ ਗਿਣਤੀ 'ਚ ਸਿੱਖ ਵਾਰੋ ਵੇਰੀ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਆ ਰਹੇ ਨੇ, ਬੜੀ ਪ੍ਰਸੰਨਤਾ ਨਾਲ ਖੁਸ਼ੀ ਨਾਲ ਆ ਰਹੇ ਨੇ। ਦਰਸ ਲਾਲਸਾ ਹਿਰਦੇ ਨ ਥੋਰੀ, ਜਿੰਨੇ ਸਿੱਖ ਆਏ ਨੇ ਸਭ ਦੇ ਮਨਾਂ ਵਿੱਚ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਲਾਲਸਾ ਹੈ, ਥੋੜੀ ਨਹੀਂ ਬਹੁਤ ਜ਼ਿਆਦਾ ਲਾਲਸਾ ਹੈ। ਆਨ ਪਹੁੰਚੇ ਸ਼੍ਰੀ ਪ੍ਰਭ ਓਰੀ, ਆਣ ਕੇ ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਸਿੱਖ ਪਹੁੰਚੇ ਹਨ। ਸੋਹਤ ਸੁਟ ਸੋਡੀ ਕੁਲ ਟੀਕਾ, ਸੋਡੀਆਂ ਦੀ ਕੁੱਲ ਦੇ ਟੀਕਾ ਗੁਰੂ ਕਲਗੀਧਰ ਜੀ ਪਲਗੇ ਤੇ ਸ਼ੋਭਨੀਕ ਹੋ ਰਹੇ ਨੇ। ਦਰਸ਼ਨ ਕਰੇ ਭਾਵ ਧਰ ਜੀ ਕਾ, ਸਿੱਖ ਬੜੀ ਭਾਵਨਾ ਨਾਲ ਮਹਾਰਾਜ ਜੀ ਦੇ ਦਰਸ਼ਨ ਕਰ ਰਹੇ ਹਨ। ਜੁਗਲ ਚਰਨ ਅੰਬੁਜ ਅਰ ਨਾਰੇ, ਕਹਿੰਦੇ ਮਹਾਰਾਜ ਜੀ ਦੇ ਬੜੇ ਸੋਹਣੇ ਚਰਨ ਕਮਲ ਨੇ। ਅੰਬੁਜ ਕਹਿੰਦੇ ਨੇ ਕਮਲ ਨੂੰ, ਕਹਿੰਦੇ ਕਮਲ ਦੇ ਸਮਾਨ ਬੜੇ ਸੁੰਦਰ ਮਹਾਰਾਜ ਜੀ ਦੇ ਪਵਿੱਤਰ ਚਰਨ ਹਨ। ਨਖ ਪਿਖ ਸਸ ਟੁਕਰਾ ਦੁਤਿਆਰੇ, ਲਾਲ ਰੰਗ ਦੇ ਚਰਨ ਨੇ ਪਾਤਸ਼ਾਹ ਦੇ, ਔਰ ਉਂਗਲਾਂ ਦੇ ਉੱਤੇ ਜਿਹੜੇ ਨੋਹ ਨੇ ਨਾ ਮਹਾਰਾਜ ਜੀ ਦੇ ਸਫੇਦ ਰੰਗ ਦੇ, ਏਦਾਂ ਜਾਪਦਾ ਜਿਵੇਂ ਚੰਨ ਦੇ ਕਈ ਟੁਕੜੇ ਹੋਏ ਹੋਣ, ਔਰ ਉਹ ਚੰਨ ਦੇ ਕਈ ਟੁਕੜੇ ਮਹਾਰਾਜ ਜੀ ਦੇ ਚਰਨਾਂ ਦੇ ਇੱਕ ਇੱਕ ਨੋਹ ਤੋਂ ਆਪਣਾ ਆਪ ਕੁਰਬਾਨ ਕਰ ਰਹੇ ਹੋਣ। ਇਤਨੇ ਸੁੰਦਰ ਮਹਾਰਾਜ ਜੀ ਦੇ ਚਰਨਾਂ ਦੇ ਨਾਖੂਨ ਹਨ। ਮ੍ਰਿਦੁਲ ਅਧਿਕ ਰੇਖਾ ਜੁਤ ਤਰਵਾ, ਗੁਰਦੇਵ ਦੇ ਚਰਨਾਂ ਥੱਲੇ ਜਿਹੜੀਆਂ ਤਲੀਆਂ ਨੇ ਨਾ, ਉਹ ਤਲੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਉੱਭਰੀਆਂ ਹੋਈਆਂ, ਔਰ ਉਹਨਾਂ ਵਿੱਚ ਰੇਖਾਵਾਂ ਹਨ, ਜਿਵੇਂ ਰੇਖਾਵਾਂ ਹੁੰਦੀਆਂ ਬਣੀਆਂ ਤਲੀਆਂ 'ਚ, ਬੜੀਆਂ ਸੁੰਦਰ ਲੱਗਦੀਆਂ ਹਨ। ਐਸੇ ਸੁੰਦਰ ਚਰਨ ਜੋ ਗੁਰਸਿੱਖਾਂ ਦੇ ਨੇਤਰਾਂ ਵਿੱਚ, ਗੁਰਸਿੱਖਾਂ ਦੇ ਹਿਰਦਿਆਂ ਵਿੱਚ ਵਸਦੇ ਹਨ। ਸੋ ਦੁਤੀ ਜਾਣੇ ਜਿਨੇ ਨਹਿਰਾਵਾ, ਭਾਈ ਸਾਹਿਬ ਕਹਿੰਦੇ ਮੈਂ ਕੀ ਦੱਸਾਂ ਗੁਰੂ ਸਾਹਿਬ ਦੇ ਚਰਨਾਂ ਦੀ ਸੋਭਾ ਨੂੰ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕੀ ਦੱਸਾਂ ਕਲਗੀਧਰ ਦੇ ਚਰਨ ਕੈਸੇ ਸੁੰਦਰ ਨੇ, ਕਹਿੰਦੇ ਜਿਨ੍ਹਾਂ ਨੇ ਵੇਖੇ ਨੇ ਉਹੀ ਜਾਣਦੇ ਨੇ, ਜਿਨ੍ਹਾਂ ਦਰਸ਼ਨ ਕੀਤੇ ਨੇ ਨਾ ਉਹੀ ਜਾਣਦੇ ਨੇ। ਮੈਂ ਕੀ ਕਥਨ ਕਰਕੇ ਕਹਾਂ ਕੈਸੇ ਨੇ, ਕਹਿਬੇ ਕੋ ਸ਼ੋਭਾ ਨਹੀਂ ਦੇਖਾ ਹੀ ਪਰਵਾਨ, ਕੀ ਕਹਾਂ ਕੈਸੇ ਨੇ। ਜਿਨ੍ਹਾਂ ਦਰਸ਼ਨ ਕੀਤੇ ਨੇ ਉਹੀ ਜਾਣਦੇ ਨੇ ਕਿ ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲ ਕੈਸੇ ਸੁੰਦਰ ਹਨ। ਕੁੰਭੀ ਡਿੰਬ ਸੁੰਡ ਭੁਜ ਦੰਡੇ, ਕਹਿੰਦੇ ਮਹਾਰਾਜ ਜੀ ਦੀਆਂ ਬਾਹਾਂ ਭੁਜ ਦੰਡੇ ਇਸ ਤਰ੍ਹਾਂ ਨੇ ਜਿਵੇਂ ਕਿਸੇ ਹਾਥੀ ਦੀ ਸੁੰਡ ਹੁੰਦੀ ਹੈ ਨਾ, ਬੜੀ ਬਲਵਾਨ ਤੇ ਲੰਮੀ, ਕਹਿੰਦੇ ਸੁੰਡ ਦੇ ਸਮਾਨ ਬੜੀਆਂ ਬਲਵਾਨ ਬਾਹਾਂ ਨੇ ਮਹਾਰਾਜ ਜੀ ਦੀਆਂ, ਲੰਮੀਆਂ। ਕਹਿੰਦੇ ਪਾਤਸ਼ਾਹ ਦੇ ਭੁਜ ਦੰਡੇ ਨੇ ਬੜੇ ਸੁੰਦਰ। ਕੰਚਨ ਅੰਗਦ ਮੰਡਨ ਮੰਡੇ, ਬਹੂਟੇ ਹੁੰਦੇ ਨੇ ਜਿਹੜੇ ਬਾਦਸ਼ਾਹੀ ਠਾਠ ਦਾ ਇੱਕ ਚਿੰਨ ਹੁੰਦੇ ਨੇ, ਉਹ ਡੋਲਿਆਂ ਨਾਲ ਬੱਧੇ ਹੋਏ ਮਹਾਰਾਜ ਜੀ ਨੇ। ਉਹਨਾਂ ਬਹੂਟਿਆਂ ਵਿੱਚ ਵੀ ਰਤਨ ਜੜੇ ਹੋਏ ਨੇ ਬੜੇ ਸੁੰਦਰ, ਉਹ ਮਹਾਰਾਜ ਜੀ ਦੇ ਡੋਲਿਆਂ ਦੇ ਉੱਤੇ ਸੋਭਨੀਕ ਹੋ ਰਹੇ ਨੇ। ਕਟ ਮੈਂ ਜਟਤ ਤੁਨੀਰ ਸੁਹਾਇਓ, ਲੱਕ ਦੇ ਨਾਲ ਮਹਾਰਾਜ ਜੀ ਨੇ ਪੱਥੇ ਦੀ ਪੇਟੀ ਬੱਧੀ ਹੋਈ ਹੈ, ਸਰੀਰ ਉੱਤੇ ਮੋਢਿਆਂ ਤੇ ਤੀਰਾਂ ਦਾ ਪੱਥਾ, ਉਹ ਸ਼ੋਭਨੀਕ ਹੋ ਰਿਹਾ ਹੈ। ਚੰਦਰ ਹਾਸ ਇੱਕ ਦਿਸ਼ ਛਬ ਪਾਇਓ, ਰਾਤਰੇ ਵਿੱਚ ਮਹਾਰਾਜ ਜੀ ਦੇ ਚੰਦਰਹਾਸ, ਚੰਦਰਹਾਸ ਖਾਲਸਾ ਜੀ ਤਲਵਾਰ ਨੂੰ ਹੀ ਕਹਿੰਦੇ ਆ। ਤਲਵਾਰ ਦੇ ਕਈ ਨਾਮ ਮੇਰੇ ਪਾਤਸ਼ਾਹ ਨੇ ਸ਼ਸਤਰ ਨਾਮ ਮਾਲਾ 'ਚ ਲਿਖੇ ਨੇ। ਸ਼ਸਤਰ ਨਾਮ ਮਾਲਾ ਕਲਗੀਧਰ ਜੀ ਦੀ ਪਵਿੱਤਰ ਬਾਣੀ ਹੈ। ਸ਼ਸਤਰ ਨਾਮ ਮਾਲਾ ਦੇ ਵਿੱਚ ਮੇਰੇ ਪਾਤਸ਼ਾਹ ਨੇ ਸ਼ਸਤਰਾਂ ਦੇ, ਤਲਵਾਰ ਦੇ ਕਈ ਨਾਂ ਦੱਸੇ ਨੇ। ਪਾਸ, ਚੰਦਰਹਾਸ ਤੋਂ ਕਿਰਪਾਨ, ਤੇਗ ਤੋਂ ਤਲਵਾਰ ਦੇ ਕਈ ਨਾਮ ਮੇਰੇ ਪਾਤਸ਼ਾਹ ਨੇ ਸ਼ਸਤਰ ਨਾਮ ਮਾਲਾ 'ਚ, ਬੰਦੂਕ ਦੇ ਕਈ ਨਾਂ, ਤੀਰਾਂ ਦੇ ਕਈ ਨਾਂ,
ਉਹ ਗੁਰਦੇਵ ਨੇ ਆਪਣੀ ਇਸ ਪਾਵਨ ਬਾਣੀ ਦੇ ਵਿੱਚ ਦੱਸੇ ਹਨ। ਚੰਦਰਹਾਸ ਤਲਵਾਰ ਨੂੰ ਆਖਦੇ ਨੇ। ਗਾਤਰੇ ਵਿੱਚ ਮਹਾਰਾਜ ਜੀ ਦੇ ਚੰਦਰਹਾਸ ਬੜੀ ਸੁੰਦਰ ਤਲਵਾਰ ਹੈ, ਸ਼ੋਭਨੀਕ ਹੋ ਰਹੀ ਹੈ। ਤਨੁਖ ਕਠੋਰ ਸਕੰਦੇ ਤਾਰਾ, ਉਹਦੇ ਉੱਤੇ ਮੇਰੇ ਪਾਤਸ਼ਾਹ ਦੇ ਉੱਤੇ ਬੜਾ ਸੁੰਦਰ ਕਠੋਰ ਧਨਕ ਹੈ, ਮਜ਼ਬੂਤ। ਜਿਹਦੀ ਤੰਦੀ ਤੇ ਚਾੜ ਕੇ ਚਲਾਇਆ ਤੀਰ ਵੈਰੀਆਂ ਦੀਆਂ ਛਾਤੀਆਂ ਨੂੰ ਵਿੰਨ ਕੇ ਪਾਰ ਨਿਕਲ ਜਾਂਦਾ, 10-10 ਵੈਰੀਆਂ ਦੀਆਂ ਛਾਤੀਆਂ ਨੂੰ। 4 ਕੋਹ ਦੀ ਮਾਰ ਤੱਕ ਤੀਰ ਜਾਂਦਾ ਮਹਾਰਾਜ ਜੀ ਦਾ। ਉਹ ਕਠੋਰ ਧਨਕ, ਬੜਾ ਗੰਡੀਵ ਧਨਕ ਮਹਾਰਾਜ ਜੀ ਦੇ ਮੋਢੇ ਤੇ ਸੋਭਨੀਕ ਹੋ ਰਿਹਾ ਹੈ। ਕੋਸਨ ਲਗ ਜਿਸ ਕੀ ਹੈ ਮਾਰਾ, ਇਹ ਧਨਕ ਇਤਨਾ ਕਠੋਰ ਆ ਵੀ ਕੋਹਾਂ ਤੱਕ ਇਹਦੀ ਮਾਰ ਹੈ ਤੀਰ ਦੀ। ਇਹਦੇ ਵਿੱਚ ਜੜ ਕੇ ਜਦੋਂ ਚਲਾਇਆ ਸਤਿਗੁਰਾਂ ਨੇ। ਪੰਕਜ ਪਾਨ ਬਾਨ ਇਕ ਲੀਨੇ, ਗੁਰਦੇਵ ਨੇ ਪੱਥੇ ਵਿੱਚੋਂ ਇੱਕ ਤੀਰ, ਅਕਸਰ ਮਹਾਰਾਜ ਜੀ ਦਾ ਸੁਭਾਅ ਸੀ ਹੱਥ 'ਚ ਤੀਰ ਰੱਖਿਆ ਕਰਦੇ ਸੀ ਕਲਗੀਧਰ ਜੀ। ਪੱਥੇ ਵਿੱਚੋਂ ਨਾ ਇੱਕ ਤੀਰ ਕੱਢਿਆ, ਚੌੜਾ 4 ਉਂਗਲ ਚੌੜਾ ਖਪਰਾ ਤੀਰ ਹੈ। ਉਹ ਹੱਥ ਵਿੱਚ ਫੜ ਕੇ ਮਹਾਰਾਜ ਜੀ ਦੋਨਾਂ ਹੱਥਾਂ ਵਿੱਚ ਏਦਾਂ ਉਹਨੂੰ ਫੇਰਦੇ ਰਹਿੰਦੇ ਆ ਤੀਰ ਨੂੰ। ਉਹਨੂੰ ਹੱਥ ਨਾਲ ਸੱਜੇ ਖੱਬੇ ਮਹਾਰਾਜ ਜੀ ਕਰਦੇ ਰਹਿੰਦੇ ਆ ਤੀਰ ਨੂੰ। ਉਹ ਤੀਰ ਅੱਜ ਵੀ ਕਲਗੀਧਰ ਜੀ ਨੇ ਆਪਣੇ ਆਪ ਪਵਿੱਤਰ ਦਸਤ ਕਮਲਾਂ ਵਿੱਚ ਪਕੜਿਆ ਹੋਇਆ ਹੈ। ਕਬ ਕਬ ਫੇਰ ਪਿਖੇ ਦ੍ਰਿਗ ਦੀਨੇ, ਮਹਾਰਾਜ ਜੀ ਉਸ ਤੀਰ ਦੀ ਜਿਹੜੀ ਕਾਨੀ ਹੈ ਨਾ, ਏਦਾਂ ਚੁਟਕੀ ਦੇ ਨਾਲ ਉਹਨੂੰ ਫੇਰਦੇ ਨੇ ਕਈ ਵਾਰ। ਕਦੇ ਫੇਰਦੇ ਨੇ, ਕਦੇ ਉਹਦੇ ਵੱਲ ਵੇਖਦੇ ਨੇ। ਅੰਸ ਉਤੰਗ ਸਿੰਘ ਕੀ ਨਿਆਈ, ਮਹਾਰਾਜ ਜੀ ਦੇ ਜਿਹੜੇ ਅੰਸ਼ ਮੋਢੇ ਨੇ ਨਾ, ਸ਼ੇਰ ਦੀ ਜਿਵੇਂ ਹੁੱਡ ਉੱਤੇ ਨੂੰ ਹੁੰਦੀ ਹੈ, ਕਹਿੰਦੇ ਏਦਾਂ ਉੱਚੇ ਨੇ, ਬੜੇ ਬਲ ਦੇ ਨਾਲ ਭਰੇ ਹੋਏ। ਜਾਮਾ ਗਰੇ ਬਿਮੋਲ ਸੁਹਾਈ, ਪਾਤਸ਼ਾਹ ਜੀ ਦੇ ਸਰੀਰ ਦੇ ਉੱਤੇ ਜਾਮਾ, ਜਾਮਾ ਦਾ ਮਤਲਬ ਹੁੰਦਾ ਚੋਲਾ, ਬੜਾ ਸੁੰਦਰ ਚੋਲਾ, ਜਿਹਦੀ ਬਹੁਤ ਹੀ ਕਹਿੰਦੇ ਕੀਮਤ ਹੈ। ਬੇਕੀਮਤੀ ਚੋਲਾ ਮਹਾਰਾਜ ਜੀ ਨੇ ਸਰੀਰ ਤੇ ਧਾਰਨ ਕੀਤਾ ਹੋਇਆ ਹੈ। ਔਰ ਬਿਸਤਾਰ ਮੋਤੀਆਂ ਮਾਲਾ, ਗਲ ਵਿੱਚ ਮੋਤੀਆਂ ਦੀ ਮਾਲਾ ਪਾਈ ਹੋਈ ਹੈ ਪਾਤਸ਼ਾਹ ਦੀ ਛਾਤੀ ਦੇ ਉੱਤੇ। ਉਜਵਲ ਮੋਤੀਆਂ ਦੀ ਮਾਲਾ, ਜੋ ਬਾਦਸ਼ਾਹੀ ਠਾਠ ਦਾ ਹੀ ਚਿੰਨ੍ਹ ਹੈ, ਉਹ ਨਜ਼ਰ ਆ ਰਹੀ ਹੈ। ਝੁਲਤ ਚਮਕ ਦੁਤੀਓ ਤੀ ਉਜਾਲਾ, ਕਹਿੰਦੇ ਜਦੋਂ ਪਾਤਸ਼ਾਹ ਜੀ ਹਿਲਦੇ ਤੇ ਸੀਸ ਦੇ ਉੱਤੇ ਕਲਗੀ ਝੂਲਦੀ ਹੈ। ਉਹਦੇ 'ਚ ਜੜੇ ਹੋਏ ਜਿਹੜੇ ਨਗ ਤੇ ਹੀਰੇ ਨੇ, ਜਵਾਹਰਾਤ ਨੇ ਜਗ੍ਹਾ 'ਚ, ਉਹ ਕਹਿੰਦੇ ਬੜੇ ਸੁੰਦਰ ਚਮਕਦੇ ਹਨ। ਸ਼ਮਸ ਬਦਨ ਪਰ ਸੁੰਦਰ ਸੋਈ, ਪਾਤਸ਼ਾਹ ਦੇ ਚਿਹਰੇ ਉੱਤੇ ਬੜੀ ਸੁੰਦਰ ਕਾਲੇ ਰੰਗ ਦਾ ਦਾੜਾ, ਗੁਰਦੇਵ ਦੇ ਚਿਹਰੇ ਉੱਤੇ ਸੁਭਾਏਮਾਨ ਹੈ। ਬੜੀ ਸੁੰਦਰ ਦੁਤੀ ਹੈ ਆਭਾ ਪਾਤਸ਼ਾਹ ਦੇ ਚਿਹਰੇ ਤੇ, ਮੁਖ ਮੰਡਲ ਤੇ ਕਾਲੇ ਰੰਗ ਦਾ ਜਿਹੜਾ ਦਾੜਾ ਹੈ ਨਾ, ਉਹ ਬੜਾ ਹੀ ਸੁੰਦਰ ਤੇ ਸ਼ੋਭਨੀਕ ਹੋ ਰਿਹਾ ਹੈ। ਮਧੂ ਪਾਵਲ ਪੰਕਜ ਪਰੋਈ, ਕਹਿੰਦੇ ਏਦਾਂ ਜਾਪਦਾ ਕਿ ਜਿਵੇਂ ਚਿੱਟੇ ਰੰਗ ਦੇ ਕਮਲ ਦੇ ਫੁੱਲ ਦੇ ਉੱਤੇ ਕਾਲੇ ਰੰਗ ਦੇ ਭੌਰੇ ਮੰਡਰਾਉਂਦੇ ਨੇ ਨਾ, ਏਦਾਂ ਪਾਤਸ਼ਾਹ ਦਾ ਮੁਖ ਮੰਡਲ ਕਮਲ ਫੁੱਲ ਦੇ ਸਮਾਨ ਐਨ ਚਿੱਟਾ ਰੰਗ ਚਿਹਰੇ ਦਾ ਸਤਿਗੁਰਾਂ ਦਾ, ਤੇ ਉੱਤੇ ਦਾੜਾ, ਉਹ ਏਦਾਂ ਪ੍ਰਤੀਤ ਹੁੰਦਾ ਵੀ ਜਿਵੇਂ ਉੱਤੇ ਭੌਰੇ ਮੰਡਰਾ ਰਹੇ ਹੁਣ ਗੁਰਦੇਵ ਦੇ ਮੁਖ ਮੰਡਲ ਉੱਤੇ ਸੋਭ ਰਹੇ ਨੇ। ਕੁੰਡਲ ਚੰਚਲ ਕਾਨਨ ਮਾਈ, ਬਾਦਸ਼ਾਹੀ ਠਾਠ ਮਹਾਰਾਜ ਜੀ ਦੇ ਸਰੀਰ ਦੇ ਉੱਤੇ ਸ਼ੋਭਨੀਕ ਹੋ ਰਿਹਾ ਨਜ਼ਰ ਆ ਰਿਹਾ ਹੈ। ਮੁਖ ਮੰਡਲ ਪਰ ਸ਼ੋਭਤ ਛਾਈ, ਇਹ ਤਾਂ ਗੁਰਦੇਵ ਦੇ ਮੁਖ ਮੰਡਲ ਦੇ ਉੱਤੇ ਐਸੀ ਸੋਹਣੀ ਸ਼ੋਭਾ ਹੈ। ਸੀਸ ਉੱਤੇ ਜਗ੍ਹਾ ਤੇ ਕਲਗੀ ਤੇ ਦਸਤਾਰ ਸ਼ੋਭਨੀਕ ਹੈ। ਕਿਰਪਾ ਪਰੇ ਦ્વા ਨੈਣ ਰਸੀਲੇ, ਕਲਗੀਧਰ ਜੀ ਦੇ ਨੇਤਰ ਕਿਰਪਾ ਦੇ ਰਸ ਨਾਲ ਭਰੇ ਹੋਏ ਛਬੀਲੇ, ਬੜੇ ਸੁੰਦਰ ਛਵੀ ਵਾਲੇ, ਜਿਨ੍ਹਾਂ ਵਿੱਚੋਂ ਕਿਰਪਾ ਹੀ ਕਿਰਪਾ ਵਰਤ ਰਹੀ ਹੈ। ਚਿਤਵਨ ਤਿਰਛੇ ਛਕਤ ਛਬੀਲੇ, ਜਦੋਂ ਟੇਡੀਆਂ ਜੀਆਂ ਅੱਖਾਂ ਕਰਕੇ ਕਿਸੇ ਵੱਲ ਤੱਕਦੇ ਨੇ ਨਾ, ਆਹਾ ਇਹੋ ਜਿਹਾ ਰਸ ਭਰਦੇ ਨੇ ਕਟਾਕਸ਼ ਕਰਕੇ, ਜਿਸ ਵੱਲ ਵੇਖਦੇ ਨੇ ਉਹਦਾ ਹਿਰਦਾ ਗੁਰਦੇਵ ਦੇ ਪ੍ਰੇਮ ਰਸ ਵਿੱਚ ਛਕਤ ਹੋ ਜਾਂਦਾ ਹੈ, ਪ੍ਰੇਮ ਰਸ ਵਿੱਚ ਭਿੱਜ ਜਾਂਦਾ ਹੈ। ਐਸੀ ਦਇਆ ਦ੍ਰਿਸ਼ਟੀ ਗੁਰੂ ਕਲਗੀਧਰ ਪਾਤਸ਼ਾਹ ਆਪਣੀ ਦ੍ਰਿਸ਼ਟੀ ਨਾਲ ਕਰਦੇ ਨੇ। ਬਿਨ ਗੁਣ ਤਨੁਖ ਕੁਟਲ ਅਸ ਪੋਹੈ, ਕਹਿੰਦੇ ਪਾਤਸ਼ਾਹ ਜੀ ਦੇ ਮੁਖ ਮੰਡਲ ਦੇ ਉੱਤੇ ਜਿਹੜੀਆਂ ਭੌਹਾਂ ਨੇ ਨਾ, ਪਰਬੱਟੇ, ਉਹ ਏਦਾਂ ਜਾਪਦਾ ਵੀ ਜਿਵੇਂ ਤਨਖ ਦੇ ਵਿੱਚ ਤੀਰ ਨਾ ਪਾਇਆ ਹੋਵੇ,
ਤੋ ਥੋੜਾ ਜਿਹਾ ਤੀਰ ਪਾ ਕੇ ਖਿੱਚੋ ਤਾਂ ਉਹਦਾ ਆਕਾਰ ਹੋਰ ਹੁੰਦਾ, ਤੀਰ ਨਾ ਪਾਇਆ ਹੋਵੇ ਤਾਂ ਕਹਿੰਦੇ ਤੀਰ ਤੋਂ ਬਿਨਾ ਜਿਵੇਂ ਕਮਾਨ ਹੁੰਦੀ ਹੈ ਨਾ, ਏਦਾਂ ਪਾਤਸ਼ਾਹ ਜੀ ਦੀਆਂ ਅੱਖਾਂ ਦੇ ਉੱਤੇ ਜਿਹੜੀਆਂ ਭੌਹਾਂ ਨੇ ਪਰਵੱਟੇ, ਉਹ ਕਮਾਨ ਦੇ ਸਮਾਨ ਟੇਢੀਆਂ ਨੇ, ਬੜੀਆਂ ਸੁੰਦਰ। ਵੇਖੋ ਭਾਈ ਸਾਹਿਬ ਜੀ ਦੇ ਸਾਨੂੰ ਦਰਸ਼ਨ ਕਰਾ ਰਹੇ ਨੇ, ਇਹਨੂੰ ਸਰਵਣ ਦਰਸ਼ਨ ਕਹਿੰਦੇ ਨੇ, ਆਪ ਕਰ ਰਹੇ ਨੇ, ਸਾਨੂੰ ਕਰਾ ਰਹੇ ਨੇ, ਏਦਾਂ ਦੇ ਨੇ ਕਲਗੀਧਰ ਪਾਤਸ਼ਾਹ। ਤੋ ਕਹਿੰਦੇ ਭੌਹਾਂ ਬੜੀਆਂ ਸੁੰਦਰ, ਚਿਹਰਾ ਬੜਾ ਸੁੰਦਰ, ਨੇਤਰਾਂ ਵਿੱਚ ਕਿਰਪਾ ਦਾ ਰਸ ਭਰਿਆ ਹੋਇਆ ਹੈ। ਭਾਲ ਭਾਗ ਪਰ ਹੋਏ ਸਭ ਸੋ ਹੈ। ਗੁਰਦੇਵ ਦਾ ਚੌੜਾ ਮੱਥਾ ਹੈ, ਕਹਿੰਦੇ ਜਿਹਦੇ ਵਿੱਚ ਦੁਨੀਆ ਦੇ ਸਾਰੇ ਭਾਗ ਮਿਲੇ ਹੋਏ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦੇ ਦੁਨੀਆ ਦੇ ਜਿੰਨੇ ਚੰਗੇ ਭਾਗ ਨੇ ਉਹ ਸਾਰੇ ਇੱਥੇ ਮਹਾਰਾਜ ਜੀ ਦੇ ਭਾਲ ਕਹਿੰਦੇ ਨੇ ਮੱਥੇ ਨੂੰ, ਮੱਥੇ ਵਿੱਚ ਹੀ ਸੋਭਨੀਕ ਨੇ। ਯਾਨੀ ਕਿ ਜਿਸ ਵੱਲ ਵੀ ਵੇਖਦੇ ਨੇ ਉਹਦੇ ਭਾਗ ਚੰਗੇ ਕਰ ਦਿੰਦੇ ਹੈ, ਉਹਦੇ ਭਾਗ ਚੰਗੇ ਬਣਾ ਦਿੰਦੇ ਨੇ। ਐਸੇ ਦਿਆਲੂ ਹਨ। ਇੱਕ ਨੇ ਕੇਸ ਪਾਸ ਸਰਸਾਏ। ਗੁਰਦੇਵ ਦੇ ਦਸਤਾਰ ਦੇ ਨਾਲ ਕਹਿੰਦੇ ਜਿਹੜੇ ਕੇਸ ਨੇ ਪਿਛਲੇ ਪਾਸਿਓਂ ਗਰਦਨ ਤੋਂ, ਦਸਤਾਰ ਵਿੱਚੋਂ ਥੋੜੇ ਜਿਹੇ ਵਿੱਚੋਂ ਕੇਸ ਜਿਹੜੇ ਨੇ ਉਹ ਕਹਿੰਦੇ ਚਿਕਨੇ ਦਾ ਮਤਲਬ ਹੁੰਦਾ ਕਾਲੇ ਰੰਗ ਦੇ, ਬੜੇ ਸੁੰਦਰ ਔਰ ਕੁਦਰਤੀ ਹਨ। ਉਹ ਕੋਈ ਬਣਾਵਟ ਨਹੀਂ ਬਣਾਈ ਹੋਈ ਜਿਵੇਂ ਅੱਜ ਕੱਲ ਬਣਾ ਲੈਂਦੇ ਆ ਕਈ, ਕੁਦਰਤੀ। ਖਾਲਸੇ ਦਾ ਮਤਲਬ ਵੀ ਇਹ ਹੈ ਜੈਸਾ ਹੈ ਤੈਸਾ ਹੀ ਨਜ਼ਰ ਆਵੇ, ਉਹਦੇ ਵਿੱਚ ਕਿਸੇ ਪ੍ਰਕਾਰ ਦਾ ਹੇਰ ਫੇਰ ਨਾ ਕਰੇ। ਉਸ ਮੂਰਤ ਨੂੰ ਜਿਹੜੀ ਪਰਮੇਸ਼ਰ ਨੇ ਦਿੱਤੀ ਆ ਉਹਨੂੰ ਭੰਨੇ ਨਾ, ਜਿਹੜਾ ਭੰਨਦਾ ਉਹ ਬੇਈਮਾਨ ਹੈ। ਸਾਬਤ ਸੂਰਤ ਰੱਬ ਦੀ, ਭੰਨੇ ਬੇਈਮਾਨ। ਬੇਈਮਾਨ ਮਹਾਰਾਜ ਜੀ ਨੇ, ਭਾਈ ਸਾਹਿਬ ਨੇ ਕਿਹਾ ਉਹਨੂੰ ਜਿਹੜਾ ਉਸ ਸੂਰਤ ਨੂੰ ਭੰਨਦਾ ਹੈ। ਕਲਗੀਧਰ ਪਾਤਸ਼ਾਹ ਜੈਸਾ ਆਪਣਾ ਸਰੂਪ, ਪੰਥ ਨੂੰ ਉਹੋ ਜਿਹਾ ਹੀ ਸਰੂਪ ਦਿੱਤਾ ਹੈ ਆਪਣਾ। ਤਦੇ ਕਿਹਾ ਨਾ ਗੁਰੇ ਆਪਨ ਪੋ ਖਾਲਸਾ ਸੌਂਪਾ, ਕਹਿੰਦੇ ਮੈਂ ਆਪਣਾ ਆਪ ਖਾਲਸੇ ਨੂੰ ਸੌਂਪ ਦਿੱਤਾ ਹੈ। ਕੇਸ ਬੜੇ ਸੁੰਦਰ, ਕਾਲੇ ਕੱਚ ਕੇਸ ਮਹਾਰਾਜ ਜੀ ਦੇ ਕੇਸ ਸੀਸ ਦੇ ਉੱਤੇ, ਉਹ ਦਸਤਾਰ ਵਿੱਚੋਂ ਥੋੜੇ ਥੋੜੇ ਨਿਕਲੇ ਹੋਏ ਨਜ਼ਰ ਆ ਰਹੇ ਹਨ। ਜਨ ਪਨੰਗ ਛੋਨਾ ਸਮੁਦਾਏ। ਮਾਨੋ ਜਿਵੇਂ ਪਨਗ ਨਹੀਂ ਹੁੰਦੇ ਕਾਲੇ ਰੰਗ ਦੇ, ਏਦਾਂ ਉਹ ਕੇਸਾਂ ਦੀਆਂ ਲਟਾਂ ਮਹਾਰਾਜ ਜੀ ਦੀਆਂ ਨਜ਼ਰ ਆਉਂਦੀਆਂ ਹਨ। ਸੀਸ ਬੰਦੀ ਉਸ਼ਨੀਕ ਸੁਹਾਈ। ਸੀਸ ਉੱਤੇ ਉੱਚੀ ਉਸ਼ਨੀਕ ਕਹਿੰਦੇ ਨੇ ਦਸਤਾਰ ਨੂੰ, ਦੁਮਾਲੇ ਨੂੰ। ਮਹਾਰਾਜ ਜੀ ਦੇ ਸੀਸ ਉੱਤੇ ਉੱਚਾ ਦੁਮਾਲੜਾ, ਉੱਚਾ ਦਸਤਾਰਾ ਉਹ ਸਜਿਆ ਹੋਇਆ ਬੜਾ ਸੁੰਦਰ ਹੈ। ਉੱਪਰ ਜਿਗਾ ਅਧਿਕ ਛਬ ਛਾਈ। ਉਸ ਦਸਤਾਰੇ ਦੇ ਉੱਤੇ ਜਗ੍ਹਾ ਲੱਗੀ ਹੋਈ ਹੈ, ਬੜੀ ਸੁੰਦਰ ਛਵੀ ਪਾ ਰਹੀ ਹੈ ਜਗ੍ਹਾ। ਕਲਗੀ ਝੁਲਤ ਤੰਗ ਸੁਰੰਗਾ। ਜਗ੍ਹਾ ਵਿੱਚ ਉੱਚੀ ਕਲਗੀ ਹੈ, ਉੱਚੀ ਕਲਗੀ ਉਹ ਸ਼ੋਭਨੀਕ ਹੋ ਰਹੀ ਹੈ। ਜਟਤ ਜਵਾਹਰ ਜੇ ਬੌਰੰਗਾ। ਇਹਦੇ ਵਿੱਚ ਬਹੁ ਰੰਗਾਂ ਦੇ ਜਵਾਹਰਾਤ ਜੜੇ ਹੋਏ ਨੇ। ਵੇਖੋ ਭਾਈ ਸਾਹਿਬ ਨੇ ਚਰਨਾਂ ਤੋਂ ਸ਼ੁਰੂਆਤ ਕੀਤੀ, ਚਰਨਾਂ ਦੇ ਨੋਹਾਂ ਤੋਂ, ਤੇ ਫਿਰ ਸਾਰੇ ਸਵਰੂਪ ਦਾ ਵਰਣਨ ਕਰਦਿਆਂ ਕਰਦਿਆਂ ਕਲਗੀ ਤੇ ਆ ਕੇ ਸਮਾਪਤੀ ਕਰ ਰਹੇ ਨੇ। ਹਾਂਜੀ। ਪੁਰਟ ਦੰਡ ਜਟਤੀ ਬਹੁ ਜਾਈ। ਪੁਰਤ ਡੰਡ ਜਟਤੀ ਬਹੁ ਜਾਈ। ਔਰ ਕਹਿੰਦੇ ਜੜਾਊ ਜੜੇ ਹੋਏ ਬੜੇ ਸੁੰਦਰ ਹਨ। ਤੁਰਤ ਚੋਰ ਚਾਰੋਂ ਦਿਸ਼ ਮਾਈ। ਬਾਦਸ਼ਾਹ ਜੀ ਦੇ ਚਾਰੇ ਪਾਸੇ ਸੁੰਦਰ ਚਵਰ, ਉਹ ਚਵਰ ਵੀ ਚਾਂਦੀ ਤੇ ਸੋਨੇ ਦੇ ਬਣੇ ਹੋਏ, ਉਹਨਾਂ ਵਿੱਚ ਵੀ ਕੀਮਤੀ ਜੜਤ ਜੜੇ ਹੋਏ। ਉਹ ਚਵਰ ਮਹਾਰਾਜ ਜੀ ਦੇ ਸੀਸ ਉੱਤੇ ਚਾਰੇ ਪਾਸੇ ਝੁਲਦਾ ਹੈ। ਜਗਮਗ ਭੂਖਨ ਕਰਤ ਸਰੀਰਾ। ਸਾਰੇ ਸਰੀਰ ਤੇ ਆਭੂਸ਼ਣ ਅਲੰਕ੍ਰਿਤ ਨੇ ਮਹਾਰਾਜ। ਔਰ ਕਹਿੰਦੇ ਉਹ ਅਲੰਕਾਰ ਜਿਹੜੇ ਸਰੀਰ ਤੇ ਧਾਰਨ ਕੀਤੇ ਹੋਏ ਨੇ ਉਹ ਜਗਮਗ ਜਗਮਗ ਕਰਦੇ ਹਨ। ਬੈਠੇ ਬਿਕਸਤ ਮੁਖ ਬਰ ਬੀਰਾ। ਪਾਤਸ਼ਾਹ ਬੈਠੇ ਨੇ, ਚਿਹਰੇ ਤੇ ਗੁਰਦੇਵ ਦੇ ਖੇੜਾ ਹੈ। ਪਾਤਸ਼ਾਹ ਦੇ ਚਿਹਰੇ ਦੇ ਉੱਤੇ ਬੜਾ ਭਾਰੀ ਪ੍ਰਕਾਸ਼ ਹੈ। ਹਿੰਦੂ ਧਰਮ ਰਛਕ ਗੁਣ ਸਾਗਰ। ਜੀਵਨਵਾਜ ਪਾਤਸ਼ਾਹ ਧਰਮ ਦੀ ਰਾਖੀ ਕਰਨ ਵਾਸਤੇ, ਧਰਮ ਦੇ ਰਾਖੇ ਬਣ ਕੇ ਗੁਰਦੇਵ ਜੀ ਬੈਠੇ ਹਨ। ਤੁਰਕ ਤਰੁਨ ਤੋਰਨ ਗਜ ਨਾਗਰ। ਵਾਣਿਆਂ ਤੇ ਮਲੇਛਾਂ ਦਾ ਨਾਸ਼ ਕਰਨ ਲਈ
ਉਹ ਜਰਵਾਣਿਆਂ ਦਾ, ਜ਼ਾਲਮਾਂ ਦਾ, ਜਿਹੜਾ ਮਲੇਛਾਂ ਦਾ ਦਰਖਤ ਲੱਗਾ ਹੈ, ਉਸ ਦਰਖਤ ਨੂੰ ਜੜੋਂ ਪੁੱਟਣ ਲਈ ਜੇ ਅਸ ਧਿਆਨ ਹਿਰਦੇ ਮੋ ਧਰਈ। ਕਹਿੰਦੇ ਪਾਤਸ਼ਾਹ ਬੈਠੇ ਨੇ, ਕਹਿੰਦੇ ਜਿਹੜਾ ਕੋਈ ਮਾਈ ਭਾਈ ਜਿਹੜਾ ਸਰੂਪ ਉੱਪਰ ਦੱਸਿਆ ਪੰਕਤੀਆਂ ਵਿੱਚ, ਐਸੇ ਸਰੂਪ ਦਾ ਧਿਆਨ ਜਿਹੜਾ ਕੋਈ ਮਾਈ ਭਾਈ ਆਪਣੇ ਹਿਰਦੇ 'ਚ ਧਾਰਨ ਕਰੇਗਾ। ਸਾਨੂੰ ਕਹਿ ਰਹੇ ਭਾਈ ਸੰਤੋਖ ਸਿੰਘ ਜੀ ਕਿ ਸਾਹਿਬ ਦਾ ਇਹੋ ਜਿਹਾ ਸਰੂਪ ਜੋ ਉੱਪਰ ਵਰਣਨ ਕੀਤਾ, ਕੋਈ ਆਪਣੇ ਧਿਆਨ ਦੇ ਵਿੱਚ ਧਾਰਨ ਕਰੇਗਾ। ਬਿਨ ਪਰਿਆਸ ਜਗ ਸਾਗਰ ਤਰਈ। ਕਹਿੰਦੇ ਬਿਨਾਂ ਕਿਸੇ ਪ੍ਰਯਾਸ ਤੋਂ ਇਹ ਸੰਸਾਰ ਸਮੁੰਦਰ ਤੋਂ ਤਰ ਜਾਏਗਾ। ਉਹਨੂੰ ਕੋਈ ਹੋਰ ਪ੍ਰਯਾਸ ਕਰਨ ਦੀ ਜ਼ਰੂਰਤ ਹੀ ਨਹੀਂ ਰਹਿਣੀ। ਜਿਹੜਾ ਗੁਰਦੇਵ ਦੇ ਐਸੇ ਸਵਰੂਪ ਨੂੰ ਆਪਣੇ ਹਿਰਦੇ 'ਚ ਧਾਰਨ ਕਰੇਗਾ, ਬਿਨਾਂ ਪ੍ਰਯਾਸ ਤੋਂ ਇਸ ਜਗਤ ਤੋਂ, ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਏਗਾ। ਐਸਾ ਮਹਾਰਾਜ ਜੀ ਦਾ ਸੋਹਣਾ ਦਰਸ਼ਨ ਹੈ। ਤਬ ਸੰਗਤ ਸਗਰੀ ਚੱਲ ਆਈ। ਇਹਨੇ ਨੂੰ ਸਾਰੀਆਂ ਸੰਗਤਾਂ ਚੱਲ ਕੇ ਆ ਗਈਆਂ। ਪਦ ਪੰਕਜ ਬੰਦੈ ਸਿਰ ਨਿਆਈ। ਵਾਰੀ ਵਾਰੀ ਸਿੱਖ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਦੇ ਹਨ। ਕਿਰਪਾ ਦ੍ਰਿਸ਼ਟ ਸੋ ਪਿਖੈ ਗੁਸਾਈ। ਸਾਰਿਆਂ ਤੇ ਆਪਣੀ ਕਿਰਪਾ ਭਰੀ ਦ੍ਰਿਸ਼ਟੀ ਨਾਲ ਮਹਾਰਾਜ ਜੀ ਤੱਕਦੇ ਨੇ, ਵੇਖਦੇ ਨੇ। ਬੈਠੇ ਸੁੰਦਰ ਸਭਾ ਲਗਾਈ। ਸੋਹਣੀ ਸਭਾ ਲਗਾ ਕੇ ਗਰੀਬ ਨਵਾਜ ਪਾਤਸ਼ਾਹ ਬੈਠੇ ਹਨ। ਹੁਤੋ ਹਾਥ ਮੈਂ ਤੀਛਨ ਤੀਰਾ। ਗੁਰਦੇਵ ਦੇ ਹੱਥ ਵਿੱਚ ਬੜਾ ਤਿੱਖਾ ਤੀਰ ਪਾਤਸ਼ਾਹ ਨੇ ਪਕੜਿਆ ਹੋਇਆ ਸੀ। ਸੋ ਪ੍ਰਵੇਸ਼ ਕਰ ਬੀਚ ਤੁਨੀਰਾ। ਦੇਵ ਨੇ ਉਹ ਤੀਰ ਆਪਣੇ ਭੱਥੇ ਵਿੱਚ ਵਾਪਸ ਪਾ ਲਿਆ। ਖੜਗ ਖੈਂਚ ਕਰ ਲੀਨਸ ਚਮਕਤ। ਦੇਵ ਨੇ ਆਪਣੇ ਮਿਆਨ ਦੇ ਵਿੱਚੋਂ ਆਪਣੀ ਤਲਵਾਰ ਭਗੌਤੀ ਉਹ ਹੱਥ ਵਿੱਚ ਪਕੜ ਕੇ ਬਾਹਰ ਕੱਢੀ ਆ, ਧੂਈ ਹੈ। ਹੈਰਤ ਮਨੋ ਦਾਮਨੀ ਦਮਕਤ। ਪਾਤਸ਼ਾਹ ਦੇ ਹੱਥਾਂ ਵਿੱਚ ਉਹ ਤਲਵਾਰ ਏਦਾਂ ਚਮਕਦੀ ਆ, ਠਹਿਰਦੀ ਆ, ਮਾਨੋ ਜਿਵੇਂ ਬਿਜਲੀ ਚਮਕਦੀ ਹੋਵੇ। ਘਨ ਸੁਰ ਸਮ ਬੋਲੇ ਗੁਣ ਖਾਨੀ। ਜਿਵੇਂ ਬੱਦਲ ਦੀ ਗਰਜ ਹੁੰਦੀ ਹੈ ਨਾ, ਬੜੀ ਗਹਿਰੀ ਬੱਦਲ ਦੀ ਗਰਜ, ਬੜੀ ਗੰਭੀਰ ਧੁਨ ਵਿੱਚ, ਆਵਾਜ਼ ਵਿੱਚ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ। ਸਭ ਸੰਗਤ ਗੁਰ ਪ੍ਰਿਆਮਾਨੀ। ਕਹਿਣ ਲੱਗੇ ਸਾਰੀ ਸਤ ਸੰਗਤ ਗੁਰੂ ਦੀ ਬੜੀ ਪਿਆਰੀ ਸੰਗਤ ਹੈ। ਜਿੰਨੀ ਸੰਗਤ ਆਈ ਹੈ, ਸਿੱਖ ਆਏ ਨੇ, ਸਾਰੇ ਗੁਰੂ ਦੇ ਬੜੇ ਪਿਆਰੇ ਹਨ। ਅਤ ਪ੍ਰਿਆ ਸਿੱਖ ਆਏ ਕੋ ਮੇਰਾ। ਆਪਨੋ ਸੀਸ ਦੇ ਇਸ ਬੇਰਾ। ਹੈ ਕੋਈ ਮੇਰਾ ਐਸਾ ਅਤੀ ਪਿਆਰਾ ਸਿੱਖ ਜਿਹੜਾ ਸਾਨੂੰ ਆਪਣਾ ਸਿਰ ਦੇਵੇ, ਸਾਨੂੰ ਆਪਣਾ ਸਿਰ ਭੇਟ ਕਰੇ। ਇਸ ਵਾਰ ਤਲਵਾਰ ਕੱਢੀ ਹੋਈ, ਹੱਥ 'ਚ ਫੜੀ ਹੋਈ, ਤਲਵਾਰ ਵੱਲ ਵੇਖਦੇ ਨੇ ਤੇ ਤਲਵਾਰ ਵੱਲ ਵੇਖ ਕੇ ਕਹਿ ਰਹੇ ਨੇ, ਹੈ ਕੋਈ ਐਸਾ ਸਿੱਖ, ਗਰਜਵੀਂ ਆਵਾਜ਼ ਵਿੱਚ, ਕੋਈ ਪਿਆਰਾ ਸਿੱਖ ਜਿਹੜਾ ਆ ਕੇ ਸਾਨੂੰ ਆਪਣਾ ਸੀਸ ਦੇਵੇ। ਕਾਰਜ ਪਰਿਓ ਆਨੇ ਸਤਾਲਾ। ਕਿਉਂਕਿ ਸਾਨੂੰ ਇੱਕ ਬੜਾ ਵੱਡਾ ਕਾਰਜ ਆਣ ਪਿਆ, ਉਹਦੇ ਲਈ ਸਾਨੂੰ ਸੀਸ ਚਾਹੀਦਾ ਹੈ। ਉਹ ਕਾਰਜ ਸਿੱਖ ਦੇ ਸੀਸ ਦਿੱਤੇ ਬਿਨਾ ਸੰਪੰਨ ਨਹੀਂ ਹੋਣਾ। ਪੁਰਵੈ ਸਿਰ ਦੇ ਅਬੈ ਬਿਸਾਲਾ। ਉਹ ਕੰਮ ਤਾਂ ਪੂਰਾ ਹੋਣਾ ਜੇ ਸਿੱਖ ਆ ਕੇ ਸੀਸ ਦੇਣਗੇ। ਅਸ ਕਹਿ ਤੂਸ਼ਨ ਕੀਨ ਗੁਸਾਈ। ਏਦਾਂ ਇੱਕ ਵਾਰੀ ਕਹਿ ਕੇ ਮਹਾਰਾਜ ਚੁੱਪ ਕਰ ਗਏ। ਇੱਕ ਵਾਰੀ ਬੋਲੇ ਤੇ ਚੁੱਪ ਕਰ ਗਏ। ਕਰਾ ਚੋਲ ਪਰ ਦ੍ਰਿਸ਼ਟ ਲਗਾਈ। ਔਰ ਆਪਣੀ ਉਸ ਤਲਵਾਰ ਵੱਲ ਨਿਗਾਹ ਲਾਈ ਹੋਈ ਆ। ਉਹਦੀ ਧਾਰ ਦੇ ਉੱਤੇ ਏਦਾਂ ਚੁਟਕੀ ਨਾਲ ਉਹਦੀ ਧਾਰ ਵੇਖਦੇ ਆ, ਤਲਵਾਰ ਨੂੰ ਬੜੇ ਗੌਰ ਨਾਲ ਤੱਕਦੇ ਨੇ, ਵੇਖਦੇ ਨੇ। ਸੁਨਤ ਬਾਤ ਸਗਰੇ ਬਿਸਮਾਏ। ਪਾਤਸ਼ਾਹ ਨੇ ਬਚਨ ਕਿਹਾ, ਸੁਣ ਕੇ ਸਾਰੇ ਹੈਰਾਨ ਹੋ ਗਏ। ਦੂਰ ਤੱਕ ਬੈਠੇ ਸੁਣਦੇ ਸਨ ਸਾਰੇ, ਇੱਕਦਮ ਦੰਗ ਹੋ ਗਏ, ਹੈਰਾਨ ਹੋ ਗਏ। ਧੀਰਜ ਤਿਆਗ ਦੀਨ ਸਿਰ ਨਿਆਏ। ਬਹੁਤਿਆਂ ਨੇ ਧੀਰਜ ਛੱਡ ਦਿੱਤਾ, ਸਿਰ ਝੁਕ ਗਏ ਥੱਲੇ, ਧੀਰਜ ਛੱਡ ਬੈਠੇ। ਗੁਰਦਿਸ਼ ਦੇਖ ਸਕੇ ਨੈ ਕੋ। ਪਾਤਸ਼ਾਹ ਦਾ ਸਵਰੂਪ ਇਤਨਾ ਤੇਜਸਵੀ ਨਜ਼ਰ ਆ ਰਿਹਾ ਹੈ, ਕਿਸੇ 'ਚ ਹੌਸਲਾ ਨਹੀਂ ਪਿਆ ਵੀ ਨਿਗਾਹ ਚੱਕ ਕੇ ਮਹਾਰਾਜ ਜੀ ਦੇ ਸਰੂਪ ਵੱਲ ਵੇਖ ਸਕਣ। ਹੱਥ 'ਚ ਫੜੀ ਤਲਵਾਰ ਚਮਕਦੀ ਹੋਈ ਬਿਜਲੀ ਦੇ ਸਮਾਨ ਦਿਸਦੀ ਹੈ।
ਕਹਿੰਦੇ ਸੀਸ ਨੀਵੇਂ ਕਰ ਲੈ ਬਹੁਤਿਆਂ ਨੇ। ਉਗਰ ਤੇਜ ਮੁਖ ਰਖਤੇ ਹੋ। ਮਹਾਰਾਜ ਜੀ ਦਾ ਚਿਹਰਾ ਬੜਾ ਉਗਰ ਕਹੀਏ ਤੇਜਸਵੀ ਹੈ, ਇਤਨਾ ਕਿ ਮੁਖ ਮੰਡਲ ਲਾਲ ਸੁਰਖ ਹੈ ਗੁਰਦੇਵ ਦਾ, ਨੇਤਰ ਵੀ ਲਾਲ ਸੁਰਖ ਨੇ ਸਤਿਗੁਰਾਂ ਦੇ। ਖਿਆਲ ਟਲਾਏ ਪ੍ਰਭੂ ਕੁਛ ਕਾਲਾ। ਕੁਝ ਕੁ ਸਮਾਂ ਇੱਕ ਵਾਰੀ ਕਹਿ ਕੇ ਮਹਾਰਾਜ ਜੀ ਨਾ ਖਿਆਲ ਟਾਲ ਕੇ ਕੁਝ ਸਮਾਂ ਇਸੇ ਤਰ੍ਹਾਂ ਚੁੱਪ ਰਹੇ। ਉਨ ਬੋਲੇ ਸੁਨ ਸੰਗਤ ਜਾਲਾ। ਫਿਰ ਬੋਲੇ ਦੁਬਾਰਾ ਸੰਗਤ ਨੂੰ ਵੇਖਦਿਆਂ ਕਹਿਣ ਲੱਗੇ, ਸੰਗਤ ਜੀ ਸੁਣੋ। ਕੋ ਸਿੱਖ ਪ੍ਰਿਆ ਮੁਝ ਦੇ ਸੁਦਾਨਾ। ਕਰੇ ਕਾਜ ਅਰਪੇ ਨਿਜ ਪ੍ਰਾਨਾ। ਕਿਹੜਾ ਸਿੱਖ ਮੈਨੂੰ ਦਾਨ ਕਰੇਗਾ ਬਈ, ਆਪਣੇ ਪ੍ਰਾਣ ਦਾਨ ਕਰੇਗਾ? ਕਿਹੜਾ ਸਿੱਖ ਆ ਕੇ ਆਪਣੇ ਪ੍ਰਾਣ ਭੇਟ ਕਰੇਗਾ? ਕਿਉਂਕਿ ਜਿਨ੍ਹਾਂ ਜਰਵਾਣਿਆਂ ਨਾਲ ਲੜਾਉਣਾ, ਜਿਨ੍ਹਾਂ ਮੁਗਲਾਂ ਦੇ ਨਾਲ ਉਸ ਵੇਲੇ ਲੜਾਉਣਾ ਸੀ, ਉਹਨਾਂ ਨਾਲ ਲੜਨ ਵਾਸਤੇ ਜਿਹੜੇ ਸੂਰਮੇ ਚਾਹੀਦੇ ਸਨ, ਉਹੀ ਚਾਹੀਦੇ ਸਨ ਜਿਹੜੇ ਮਰਨਾ ਕਬੂਲ ਕਰਕੇ ਅੱਗੇ ਆਉਣ। ਤੇ ਇਸ ਕਰਕੇ ਪਾਤਸ਼ਾਹ ਕਹਿੰਦੇ, ਭਾਈ ਕੋਈ ਸਿੱਖ ਦਾਨ ਦੇਵੇ ਆਪਣੇ ਪ੍ਰਾਣਾਂ ਦਾ ਸਾਨੂੰ, ਤਾਂ ਜੋ ਜਿਹੜਾ ਕਾਰਜ ਅਸੀਂ ਕਰਨਾ ਚਾਹੁੰਦੇ ਆ ਉਹ ਪੂਰਾ ਹੋ ਸਕੇ। ਦੇਹ ਅੰਗ ਕੋ ਤਜ ਕਰ ਦੂਰ। ਸਰੀਰ ਤਾਂ ਇੱਕ ਦਿਨ ਬਿਨਸਣਾ ਹੀ ਆ, ਜੇ ਗੁਰੂ ਲੇਖੇ ਲੱਗ ਜਾਏਗਾ ਸਫਲ ਹੋ ਜਾਏਗਾ। ਇਸ ਦੇਹ ਦੇ ਹੰਕਾਰ ਨੂੰ ਝੂਠਾ ਜਾਣ ਕੇ ਤਜ ਦਿਓ, ਤਿਆਗ ਦਿਓ। ਧੀਰਜ ਧਰ ਦੇ ਸੀਸ ਹਜੂਰ। ਸਿੱਖ ਆਵੇਗਾ ਜਿਹੜਾ ਧੀਰਜ ਧਾਰਨ ਕਰਕੇ ਆਪਣਾ ਸੀਸ ਸਾਡੇ ਹਜੂਰ ਭੇਟ ਕਰੇ। ਸੁਨ ਸੁਨ ਸੰਗਤ ਤੂਸ਼ਨ ਕੀਨਾ। ਸੁਣ ਕੇ ਫਿਰ ਸਾਰੀ ਸੰਗਤ ਚੁੱਪਚਾਪ ਹੋ ਕੇ ਬੈਠ ਗਈ। ਸਨਮੁਖ ਹੋਏ ਨਾ ਮਨ ਨਾ ਪਤੀਨਾ। ਕੋਈ ਸਾਹਮਣੇ ਮਹਾਰਾਜ ਜੀ ਵੱਲ ਨਹੀਂ ਵੇਖਦਾ, ਕਿਸੇ ਦਾ ਮਨ ਨਹੀਂ ਪਿਆ ਭਤੀਜਦਾ। ਚਮਕੈ ਚੰਦਰਹਾਸ ਕਰ ਮਾਈ। ਗੁਰਦੇਵ ਦੇ ਪਾਵਨ ਹੱਥਾਂ ਵਿੱਚ ਚੰਦਰਹਾਸ ਤਲਵਾਰ ਚਮਕਦੀ ਹੈ। ਧਾਰ ਸਕਿਓ ਧੀਰਜ ਕੋ ਨਾਈ। ਚਮਕਦੀ ਤਲਵਾਰ ਨੂੰ ਵੇਖ ਕੇ ਹੁਣ ਕੌਣ ਧੀਰਜ ਰੱਖੇ, ਕੌਣ ਹੌਸਲਾ ਕਰੇ? ਬੈਠੇ ਤਿਤਕ ਬੇਰ ਜਬ ਬੀਤੀ। ਇਸੇ ਤਰ੍ਹਾਂ ਬੈਠਿਆਂ ਕੁਝ ਸਮਾਂ ਜਦੋਂ ਬੀਤ ਗਿਆ, ਕਇਓ ਬਚਨ ਤ੍ਰਿਤੀਆ ਤਿਸ ਰੀਤੀ। ਤੀਜੀ ਵਾਰ ਫਿਰ ਉਸੇ ਤਰ੍ਹਾਂ ਕਲਗੀਧਰ ਜੀ ਬੋਲੇ। ਪਰਖੈ ਸਿੱਖਨ ਕੋ ਸੁਖਦਾਨੀ। ਪਰਖਦੇ ਨੇ ਸਿੱਖਾਂ ਨੂੰ ਮਹਾਰਾਜ ਸੁਖਦਾਤੇ ਸਤਿਗੁਰੂ ਜੀ। ਲਾਖੋ ਸੰਗਤ ਮੈਦ ਮਾਨੀ। ਲੱਖਾਂ ਹੀ ਸੰਗਤਾਂ ਹਨ ਗੁਰੂ ਕੀਆਂ, ਉਹਨਾਂ ਵਿੱਚੋਂ ਪਰਖ ਕਰਦੇ ਨੇ। ਬੀਜ ਆਏ ਕੈ ਦੋ ਰਹਿ ਨਾਈ। ਬੀਜ ਹੈ ਕਿ ਨਹੀਂ? ਕਿਤੇ ਬੀਜ ਤੇ ਨਹੀਂ ਸਮਾਪਤ ਹੋ ਗਿਆ, ਬੀਜ ਹੈ ਕਿ ਨਹੀਂ ਵੇਖਦੇ ਨੇ। ਜਿਸ ਤੇ ਹੋਏ ਸਰਬ ਨਿਰਭਾਈ। ਇਹਦੇ ਨਾਲ ਕਿਉਂਕਿ ਬੀਜ ਹੋਵੇਗਾ ਤੇ ਅੱਗੇ ਫਿਰ ਫਲੀ ਭੂਤ ਹੋ ਜਾਣਗੇ। ਬੀਜ ਤਾਂ ਵੇਖੀਏ ਵਿੱਚ ਹੈ ਕਿ ਨਹੀਂ। ਜ਼ਿਮੀਂਦਾਰ ਪਹਿਲਾਂ ਬੀਜ ਰੱਖਦਾ, ਫਸਲ ਵਿੱਚ ਚੰਗਾ ਬੀਜ ਹੁੰਦਾ ਨਾ ਜਿਹੜਾ ਉਹ ਸਾਂਭ ਲੈਂਦਾ। ਪਾਤਸ਼ਾਹ ਕਹਿੰਦੇ ਬੀਜ ਵੇਖੀਏ ਪਹਿਲਾਂ। ਕੇਹਰ ਹੋਤ ਏਕਈ ਬਨ ਮੈਂ। ਕਹਿੰਦੇ ਜੰਗਲ 'ਚ ਸ਼ੇਰ ਇੱਕੋ ਹੀ ਕਾਫੀ ਹੁੰਦਾ, ਬਹੁਤੀ ਭੀੜ ਨਹੀਂ ਚਾਹੀਦੀ। ਪਾਤਸ਼ਾਹ ਕਹਿੰਦੇ ਕੋਈ ਇੱਕ ਹੀ ਆ ਜੇ ਨਿੱਤਰ ਕੇ ਸਾਹਮਣੇ। ਕਹਿੰਦੇ ਆ ਨਾ ਗਿਣਤੀ ਘੱਟ ਹੈ, ਸ਼ੇਰਾਂ ਦੀ ਗਿਣਤੀ ਜੇ ਬਹੁਤੀ ਹੋ ਜਾਏ ਕੀ ਬਣੇ ਦੁਨੀਆ ਦਾ। ਸ਼ੇਰ ਇੱਕ ਹੋਵੇ ਦੁਸ਼ਮਣ ਲਈ ਉਤਨਾ ਹੀ ਭੈ ਭੀਤ ਹੋਣ ਵਾਸਤੇ ਕਾਫੀ ਹੁੰਦਾ ਹੈ। ਖਾਲਸੇ ਦੇ ਦੋਵੇਂ ਸਵਰੂਪ ਨੇ। ਖਾਲਸਾ ਵੈਰੀਆਂ ਲਈ ਸ਼ੇਰ ਦੇ ਸਮਾਨ ਹੋ ਕਰਕੇ ਤਿਨਾਂ ਦਾ ਨਾਸ਼ ਕਰਨ ਵਾਲਾ ਹੈ, ਔਰ ਸ਼ਰਨ ਆਇਆਂ ਨੂੰ ਖਾਣ ਵਾਲਾ ਭਖਣ ਵਾਲਾ ਨਹੀਂ, ਸ਼ਰਨ ਆਇਆਂ ਨੂੰ ਪਾਲਣ ਵਾਲਾ ਵੀ ਹੈ। ਹਾਂਜੀ। ਕੋ ਨ ਪ੍ਰਵੇਸ਼ੇ ਡਰ ਧਰ ਮਨ ਮੈਂ। ਕਹਿੰਦੇ ਜੰਗਲ 'ਚ ਕੋਈ ਸ਼ੇਰ ਹੋਵੇ ਨਾ ਤੇ ਡਰ ਕੇ ਕਹਿੰਦੇ ਕੋਈ ਉਸ ਜੰਗਲ 'ਚ ਨਹੀਂ ਵੜਦਾ। ਤ੍ਰਿਤੀ ਬਚਨ ਜੇ ਪਰ ਤੋਂ ਖਾਲੀ। ਬਾਦਸ਼ਾਹ ਸੋਚਦੇ ਨੇ ਵੀ ਜੇ ਤੀਜਾ ਬਚਨ ਵੀ ਖਾਲੀ ਰਹਿ ਗਿਆ, ਕੋਈ ਨਾ ਉੱਠਿਆ, ਉਨ ਕੋ ਹੋਤ ਸੰਗਤ ਤਿਸ ਵਾਲੀ। ਤੇਰੇ ਸੰਗਤ ਦਾ ਕੋਈ ਵਾਲੀ ਨਹੀਂ ਹੋਣਾ। ਪਾਤਸ਼ਾਹ ਦੇ ਤੀਜਾ ਬਚਨ ਕੀਤਾ ਤੇ ਹਾਲੇ ਕੋਈ ਉੱਠਿਆ ਨਹੀਂ ਨਾ। ਕਹਿੰਦੇ ਜੇ ਹੁਣ ਵੀ ਨਾ ਕੋਈ ਆਇਆ ਉੱਠ ਕੇ, ਫਿਰ ਇਸ ਸੰਗਤ ਦਾ ਕਿਸੇ ਵਾਲੀ ਨਹੀਂ ਬਣਨਾ। ਜੇ ਕੋਈ ਆ ਗਿਆ ਭਾਈ ਲਹਿਣੇ ਵਾਂਗੂ ਰੱਖ ਲੇਗਾ ਗੁਰੂ ਕੀ ਸਿੱਖੀ ਨੂੰ,
ਰੱਖ ਲੇਗਾ ਬੀਜ ਨੂੰ, ਫਿਰ ਅੱਗੇ ਫਲੀ ਭੂਤ ਹੋਵੇਗੀ। ਪਰ ਜੇ ਤੀਜੇ ਬਚਨ ਤੇ ਵੀ ਕੋਈ ਨਾ ਆਇਆ ਤੇ ਫਿਰ ਇਸ ਸੰਗਤ ਦਾ ਕੋਈ ਵਾਲੀ ਨਹੀਂ ਹੋਣਾ। ਦਇਆ ਰਾਮ ਇੱਕ ਬਸੈ ਲਾਹੌਰ। ਧਰ ਜੀ ਜਦੋਂ ਇਹ ਬਚਨ ਕਹਿ ਰਹੇ ਸਨ, ਲਾਹੌਰ ਸ਼ਹਿਰ ਦੇ ਰਹਿਣ ਵਾਲੇ ਗੁਰੂ ਘਰ ਦੇ ਅਨੰਨ ਸੇਵਕ ਮਹਾਂਪੁਰਖ ਗੁਰਸਿੱਖ ਭਾਈ ਸਾਹਿਬ ਭਾਈ ਦਇਆ ਰਾਮ ਜੀ ਛਤਰੀ ਸਭ ਸਿੰਘਨ ਸਿਰ ਮੋਰ। ਖੱਤਰੀ ਵੰਸ਼ ਵਿੱਚੋਂ ਹਨ, ਖੱਤਰੀਆਂ ਦੇ ਵੰਸ਼ ਵਿੱਚੋਂ ਹਨ। ਭਾਈ ਦਇਆ ਰਾਮ ਜੀ ਇਸ ਵੇਲੇ ਜਿੰਨੇ ਸਿੰਘ ਅੱਗੇ ਆਉਣ ਵਾਲੇ ਸਮੇਂ 'ਚ ਬਣਨੇ ਨੇ ਖਾਲਸੇ ਪੰਥ ਦੇ, ਉਹਨਾਂ ਸਾਰੇ ਸਿੰਘਾਂ ਦੇ ਸਿਰਮੌਰ ਭਾਈ ਦਇਆ ਰਾਮ ਜੀ ਹਨ। ਤੇ ਭਾਈ ਦਇਆ ਰਾਮ ਜੀ ਸਿਰਮੌਰ ਕਿਉਂ ਨੇ? ਕਿਉਂਕਿ ਸਭ ਤੋਂ ਪਹਿਲਾਂ ਆਪਣਾ ਆਪ ਗੁਰੂ ਅੱਗੇ ਇਹਨਾਂ ਨੇ ਭੇਟ ਕੀਤਾ। ਹਾਂਜੀ, ਹਿਰਦੇ ਵਿਚਾਰ ਕੀਨ ਤਬ ਤਾਈ। ਭਾਈ ਦਇਆ ਰਾਮ ਜੀ ਜਦੋਂ ਸੁਣ ਰਹੇ ਸਨ ਮਹਾਰਾਜ ਜੀ ਦੇ ਬਚਨ ਤੇ ਮਨ ਹੀ ਮਨ ਵਿਚਾਰ ਕਰ ਰਹੇ ਨੇ। ਰੇ ਜੀਏ ਜੀਅਤ ਸਦਾ ਕੋ ਨਾਈ। ਸੋਚਦੇ ਨੇ ਮਨਾ ਤੂੰ ਕਿਹੜਾ ਸਦਾ ਜਿਉਣਾ, ਇਹ ਸੰਸਾਰ ਵਿੱਚ ਜੇ ਜੀਵਣਾ ਵੀ ਹੈ ਕਿਹੜਾ ਸਦਾ ਵੀ ਜੀਵਣਾ। ਐਸੋ ਸਮੋ ਨਹੀਂ ਪੁਨ ਪਾਵੇ। ਇਹੋ ਜਿਹਾ ਸਮਾਂ ਨਹੀਂ ਜੇ ਮਿਲਣਾ ਮੁੜ ਕੇ, ਐਸਾ ਸਮਾਂ ਨਹੀਂ ਜੇ ਪ੍ਰਾਪਤ ਹੋਣਾ। ਸਤਿਗੁਰ ਕਾਜ ਸੀਸ ਤੋ ਆਵੇ। ਜੇ ਤੇਰਾ ਇਹ ਸਿਰ ਸਤਿਗੁਰਾਂ ਦੇ ਕੰਮ ਆਉਂਦਾ, ਸਤਿਗੁਰਾਂ ਦੇ ਲੇਖੇ ਲੱਗਦਾ, ਹੋਰ ਇਹਦੇ ਤੋਂ ਚੰਗਾ ਕੰਮ ਕੀ ਹੋ ਸਕਦਾ। ਇਤੀ ਬਿਲੰਬ ਕੀਨ ਤਿਕ ਤੋਈ। ਮੈਂ ਤਾਂ ਪਹਿਲੀ ਆਵਾਜ਼ ਸੁਣ ਕੇ ਉੱਠਣਾ ਸੀ, ਲਾਹਨਤ ਹੈ ਮਨਾ ਤੂੰ ਪਹਿਲੀ ਆਵਾਜ਼ ਸੁਣ ਕੇ ਕਿਉਂ ਨਹੀਂ ਉੱਠਿਆ, ਤੂੰ ਦੇਰ ਕਿਉਂ ਕੀਤੀ, ਤੀਜੀ ਆਵਾਜ਼ ਸੁਣ ਕੇ ਕਿਉਂ ਉੱਠਣ ਲੱਗਾ। ਆਪਣੇ ਆਪ ਨੂੰ ਕਹਿੰਦੇ ਦਇਆ ਰਾਮ ਜੀ, ਤੈਨੂੰ ਤਾਂ ਪਹਿਲੀ ਆਵਾਜ਼ ਸੁਣ ਕੇ ਜਾਣਾ ਚਾਹੀਦਾ ਸੀ, ਤੂੰ ਤੀਜੀ ਵਾਰ ਸੁਣ ਕੇ ਉੱਠ ਕੇ ਚੱਲਿਆ, ਤੇਰੇ ਤੇ ਧਿਕ ਹੈ। ਏਦਾਂ ਆਪਣੇ ਮਨ ਤੇ ਕਹਿੰਦੇ ਹਨ। ਸੁਆਮੀ ਬਚਨ ਨ ਸਨਮੁਖ ਹੋਈ। ਸੁਆਮੀ ਦਾ ਬਚਨ ਮੰਨ ਕੇ ਸੁਆਮੀ ਦੇ ਸਨਮੁਖ ਨਹੀਂ ਗਿਆ। ਇਮ ਵਿਚਾਰ ਕਰ ਤੂਰਨ ਠਾਂਡਾ। ਵਿਚਾਰ ਕਰਕੇ ਭਾਈ ਦਇਆ ਰਾਮ ਜੀ ਇੱਕਦਮ ਉੱਠ ਖਲੋਤੇ। ਹਿਰਦੇ ਵਿਕੇ ਧੀਰਜ ਤਰ ਗਾਡਾ। ਵਿੱਚ ਬੜਾ ਪੱਕਾ ਧੀਰਜ ਹੈ, ਡਾਵਾ ਡੋਲ ਨਹੀਂ ਹੈ ਹਿਰਦਾ, ਐਨ ਪੂਰਨ ਤੌਰ ਤੇ ਸਮਰਪਣ ਦਾ ਭਾਵ ਹੈ। ਬਸ ਇਹੀ ਇੱਛਾ ਹੈ ਕਿ ਮੇਰਾ ਸਿਰ ਗੁਰੂ ਦੇ ਲੇਖੇ ਲੱਗ ਜਾਏ ਤੇ ਸਫਲ ਹੋ ਜਾਵਾਂ। ਮਰਨਾ ਤਾਂ ਹੈ ਹੀ ਆ ਇੱਕ ਦਿਨ, ਜੇ ਇੱਥੇ ਆਪਣਾ ਸੀਸ ਭੇਟ ਕਰਦੇ ਆ, ਇਹਦੇ ਵਰਗੀ ਮੌਤ ਤਾਂ ਕਿਤੇ ਨਹੀਂ ਪ੍ਰਾਪਤ ਹੋਣੀ। ਮੇਰੀ ਜ਼ਿੰਦਗੀ ਸਫਲ ਹੋ ਜਾਏਗੀ, ਮੇਰਾ ਮਰਨਾ ਸਫਲ ਹੋ ਜਾਏਗਾ। ਏਦਾਂ ਸੋਚ ਕੇ ਭਾਈ ਦਇਆ ਰਾਮ ਜੀ ਉੱਠ ਖਲੋਤੇ। ਬੇਨਤੀ ਪਾਣੀ ਜੋਰ ਜੋਗ ਕਰ ਕੋ। ਲੀਜੇ ਸਤਿਗੁਰ ਮੇਰੇ ਸਿਰ ਕੋ। ਕਲਗੀਧਰ ਜੀ ਦੇ ਸਨਮੁਖ ਆ ਕੇ ਹੱਥ ਜੋੜੇ ਭਾਈ ਦਇਆ ਰਾਮ ਜੀ ਨੇ, ਮਹਾਰਾਜ ਮੇਰਾ ਸਿਰ ਪ੍ਰਵਾਨ ਕਰ ਲਓ, ਮੇਰਾ ਸੀਸ ਅੰਗੀਕਾਰ ਕਰ ਲਵੋ। ਸੁਨ ਕਲਗੀਧਰ ਤਜਿਓ ਪ੍ਰਿਯੰਕਾ। ਕਲਗੀਧਰ ਜੀ ਪਲੰਗੇ ਤੇ ਬੈਠੇ ਸਨ, ਉੱਠ ਕੇ ਆਏ। ਤੈਨੋਂ ਸਿਰ ਤੋਂ ਆਏ ਨਿਸ਼ੰਕਾ। ਭਾਈ ਦਇਆ ਰਾਮ ਜੀ ਨੂੰ ਕਹਿੰਦੇ, ਦਇਆ ਰਾਮ ਜੀ ਸਿਰ ਦੇਣ ਆਏ ਹੋ, ਨਿਸ਼ੰਕ ਹੋ ਕੇ, ਨਿਡਰ ਹੋ ਕੇ, ਜਾਣਦੇ ਹੋ ਸਿਰ ਦੇਣ ਦਾ ਕੀ ਮਤਲਬ ਹੈ। ਮਹਾਰਾਜ ਮੈਂ ਨਹੀਂ ਜਾਣਦਾ ਕੀ ਮਤਲਬ ਹੈ ਸਿਰ ਦੇਣ ਦਾ, ਮੈਨੂੰ ਇੰਨਾ ਪਤਾ ਗੁਰੂ ਨੇ ਮੰਗਿਆ ਤੇ ਮੈਂ ਦੇਣ ਆ ਗਿਆ। ਦਇਆ ਰਾਮ ਸਿਰ ਦੇਣ ਦਾ ਮਤਲਬ ਹੈ ਮੁਗਲਾਂ ਨਾਲ ਲੜਨਾ ਪਏਗਾ। ਇਹ ਜਿਹੜੇ ਸਮੇਂ ਦੇ ਹਾਕਮ ਨੇ, ਜ਼ਾਲਮ ਜ਼ੁਲਮ ਕਰਨ ਵਾਲੇ ਜਰਵਾਣੇ, ਇਹਨਾਂ ਨਾਲ ਲੜਨਾ ਪਏਗਾ। ਲੜੇਗਾ? ਭਾਈ ਦਇਆ ਰਾਮ ਜੀ ਕਹਿਣ ਲੱਗੇ, ਮਹਾਰਾਜ ਮੈਂ ਤਾਂ ਅੱਜ ਤਾਈਂ ਲੜਿਆ ਹੀ ਨਹੀਂ ਕਿਤੇ, ਮੇਰਾ ਕੰਮ ਤਾਂ ਦੁਕਾਨ ਤੇ ਬਹਿ ਕੇ ਤੱਕੜੀ ਤੋਲਣ ਦਾ ਹੈ। ਮੈਂ ਤਾਂ ਕਦੇ ਮਹਾਰਾਜ ਛੁਰੀ ਨੰਗੀ ਨਹੀਂ ਫੜੀ ਹੱਥ ਵਿੱਚ, ਉਹ ਵੀ ਫੜ ਲਵਾਂ ਤੇ ਜੇ ਮਾੜੀ ਜਿਹੀ ਚਿੜੀ ਉੱਡੇ ਤੇ ਮੇਰਾ ਮਨ ਡਰ ਜਾਂਦਾ, ਤੇ ਮੁਗਲਾਂ ਨਾਲ ਕਿਵੇਂ ਲੜਾਂਗਾ। ਲਿਖਦਾ ਇੱਕ ਕਵੀ ਉਸ ਵੇਲੇ ਦੇ ਇਸ ਬਿਆਨ ਨੂੰ, ਕਾਮ ਹਮਾਰਾ ਤੋਲਣ ਤੱਕੜੀ, ਨੰਗੀ ਕਰਦ ਕਦੇ ਨਹੀਂ ਪਕੜੀ, ਚਿੜੀ ਉੱਡੇ ਦਮ ਸੇ ਮਰ ਜਾऊं। ਇੱਕਦਮ ਮਨ ਜਾਂ ਦਹਿਰ ਜਾਂਦਾ ਚਿੜੀ ਕੋਲ ਉੱਡੇ ਤਾਂ, ਕਿਆ ਕੀ ਹੋ ਗਿਆ, ਚਿੜੀ ਉੱਡੇ ਦਮ ਸੇ ਮਰ ਜਾऊं, ਮੁਗਲਨ ਸੇ ਕੈਸੇ ਲੜ ਪਾऊं। ਕਲਗੀਧਰ ਨੇ ਬਾਹ ਫੜੀ, ਹਾਂ ਦਇਆ ਰਾਮ ਇਹੀ ਸੁਣਨਾ ਸੀ।
ਦਰਅਸਲ ਦਇਆ ਰਾਮ ਜੀ ਜੋ ਤੁਸੀਂ ਬੋਲ ਕੇ ਦੱਸ ਰਹੇ ਹੋ ਇਹ ਤੁਹਾਡੀ ਬਿਰਤੀ ਨਹੀਂ, ਪੂਰੇ ਹਿੰਦੁਸਤਾਨ ਦੇ ਵਾਸੀਆਂ ਦੀ ਇਹ ਬਿਰਤੀ ਹੈ। ਅਸੀਂ ਨਾ ਜਰਵਾਣਿਆਂ ਨਾਲ ਕਿਵੇਂ ਲੜਾਂਗੇ? ਇਹ ਤਾਂ ਸਮੇਂ ਦੇ ਹਾਕਮ ਨੇ, ਇਹ ਤਾਂ ਸਰਕਾਰ ਹੈ ਸਮੇਂ ਦੀ, ਕਿਵੇਂ ਲੜਾਂਗੇ ਇਹਨਾਂ ਦੇ ਨਾਲ? ਇਹ ਤਾਂ ਜਰਵਾਣੇ ਨੇ, ਇਹਨਾਂ ਕੋਲ ਫੌਜਾਂ ਨੇ, ਕਿਲੇ ਨੇ, ਤੋਪਾਂ ਨੇ। ਇਹੀ ਸੋਚਦੇ ਸੀ ਸਾਰੇ। ਅਸੀਂ ਤਾਂ ਕਦੇ ਲੜੇ ਹੀ ਨਹੀਂ, ਭੁੱਲ ਹੀ ਗਏ ਸੀ ਨਾ। ਛਤਰੀਆਂ ਦਾ ਧਰਮ ਛੋੜਿਆ, ਆਪਣਾ ਧਰਮ ਛੱਡ ਬੈਠੇ ਸਨ। ਤੋ ਮਹਾਰਾਜ ਜੀ ਕਹਿੰਦੇ ਦਇਆ ਰਾਮ ਪੂਰੇ ਹਿੰਦੁਸਤਾਨ ਦੀ ਮਾਨਸਿਕਤਾ ਤੂੰ ਆਪਣੀ ਜ਼ੁਬਾਨ ਤੋਂ ਬੋਲ ਕੇ ਦੱਸੀ ਹੈ, ਇਹੀ ਸੁਣਨਾ ਸੀ। ਬਾਹ ਫੜੀ ਹੈ ਦਇਆ ਰਾਮ ਜੀ ਦੀ, ਆਖਿਆ ਆਪਣਾ ਸੀਸ ਦੇਣ ਆਇਆ ਦਇਆ ਰਾਮ ਨਿਸ਼ੰਕ ਹੋ ਕੇ। ਇਮ ਕਹਿ ਗਈ ਬਾਹ ਤਿਸ ਕੇਰੀ, ਇਦਾਂ ਕਹਿ ਕੇ ਮਹਾਰਾਜ ਜੀ ਨੇ ਭਾਈ ਦਇਆ ਰਾਮ ਜੀ ਦੀ ਬਾਹ ਫੜੀ ਤੇ ਨਾਲ ਲੈ ਗਏ। ਪਿਛਲੇ ਪਾਸੇ ਤੰਬੂ ਲੱਗਾ ਹੋਇਆ, ਮਹਾਰਾਜ ਜੀ ਨੇ ਪਰਦਾ ਕੀਤਾ ਹੋਇਆ, ਉੱਥੇ ਲੈ ਗਏ। ਤੰਬੂ ਮੈਂ ਲੈ ਗਏ ਬਿਨ ਦੇਰੀ, ਬਿਨਾਂ ਦੇਰੀ ਤੋਂ ਬਾਹ ਫੜ ਕੇ ਤੰਬੂ ਦੇ ਵਿੱਚ ਲੈ ਗਏ। ਉਤੋਂ ਫਰਸ਼ ਵਿੱਚ ਦਿਓ ਬਿਠਾਈ, ਕਹਿੰਦੇ ਉਸ ਤੰਬੂ ਦੇ ਵਿੱਚ ਵੀ ਵਿਛਾਈ ਕੀਤੀ ਹੋਈ ਆ, ਉੱਥੇ ਵੀ ਆਸਣ ਲਾਏ ਹੋਏ ਨੇ। ਇੱਕ ਬਾਰ ਸੀਸ ਪਰ ਖੜਗ ਚਲਾਏ, ਸੱਚੇ ਪਾਤਸ਼ਾਹ ਜੀ ਨੇ ਤੇਗ ਦਾ ਵਾਰ ਕੀਤਾ ਸੀਸ ਉੱਤੇ ਭਾਈ ਦਇਆ ਰਾਮ ਜੀ ਦੇ। ਇਹ ਗੁਰੂ ਕੀ ਗਤ ਗੁਰੂ ਜਾਣੇ। ਸੀਸ ਜੁਦਾ ਕਰ ਰਕਤ ਬਾਏ, ਸੀਸ ਜੁਦਾ ਕਰਕੇ ਕਹਿੰਦੇ ਲਹੂ ਦੀਆਂ ਤਤੀਰੀਆਂ ਵਹਿ ਟੁਰੀਆਂ, ਤਲਵਾਰ ਭਿੱਜ ਗਈ ਖੂਨ ਨਾਲ। ਲੋਚਨ ਸ਼ਰਵਣ ਕਰੇ ਸਾਵਧਾਨਾ, ਨੇਤਰਾਂ ਵਿੱਚੋਂ ਮਾਨੋ ਲਹੂ ਟਪਕਦਾ ਹੋਵੇ। ਕਲਗੀਧਰ ਦੇ ਨੇਤਰ ਐਸੇ ਲਾਲ ਹਨ ਉਸ ਵੇਲੇ ਬੀਰ ਰਸ ਦੇ ਨਾਲ। ਦਿਸ਼ ਪਿਕੇ ਸਬਨ ਡਰ ਮਾਨਾ, ਜਦੋਂ ਬਾਹਰ ਆਏ ਹੱਥ ਵਿੱਚ ਫੜੀ ਤਲਵਾਰ ਲਹੂ ਨਾਲ ਭਿੱਜੀ ਹੋਈ, ਸਾਰਿਆਂ ਲੋਕਾਂ ਵੇਖੀ ਜਿੰਨੇ ਬੈਠੇ ਸੰਗਤ ਦੇ ਸਿੱਖ ਸਨ, ਇੱਕਦਮ ਡਰ ਗਏ ਵੀ ਇਹ ਤਾਂ ਸੱਚਮੁੱਚ ਹੀ ਕਰ ਦਿੱਤਾ ਗੁਰੂ ਸਾਹਿਬ ਨੇ। ਪਹਿਲਾਂ ਦਾ ਮਾੜਾ ਮੋਟਾ ਸੰਦੇਹ ਹੀ ਸੀ, ਪਰ ਆਖਿਆ ਇਹ ਤਾਂ ਸੱਚਮੁੱਚ ਹੀ ਸਿੱਖ ਦਾ ਸੀਸ ਕੱਟ ਆਏ ਹਨ। ਸ਼ਬਦ ਸੁਨਿਓ ਅਜ ਕਾਟਨ ਕੇਰਾ, ਝਟਕੇ ਦੀ ਆਵਾਜ਼ ਆਈ, ਇੱਕਦਮ ਆਵਾਜ਼ ਤਲਵਾਰ ਦੇ ਚੱਲਣ ਦੀ ਆਈ ਸੀ। ਤੰਬੂ ਵੈਰ ਰਕਤ ਕੋ ਹੀਰਾ, ਤੰਬੂ ਚੋਂ ਲਹੂ ਦੀ ਤਤੀਰੀ ਬਾਹਰ ਵਗਦੀ ਆਈ, ਵੇਖੀ ਐ। ਦੋਨੋਂ ਪਤੇ ਪਰਖ ਕਰ ਜਾਨਾ, ਦੋਨੇ ਪਤੇ ਸੰਗਤ ਨੇ ਵੇਖ ਕੇ ਜਾਣ ਲਿਆ। ਸੰਘਾਰਿਓ ਸਿੱਖ ਅਚਰਜ ਠਾਨਾ, ਜਾਣ ਗਏ ਕਿ ਗੁਰੂ ਸਾਹਿਬ ਨੇ ਸਿੱਖ ਦਾ ਸੰਘਾਰ ਕਰ ਦਿੱਤਾ ਤੇ ਹੈਰਾਨ ਹੋਏ ਐਸਾ ਕਿਉਂ ਕੀਤਾ ਕਲਗੀਧਰ ਜੀ ਨੇ। ਏਦਾਂ ਕਈ ਸੋਚਣ ਲੱਗੇ। ਬਦਨ ਪੀਤ ਸਭ ਤੀਰ ਜਹਾਲੇ, ਪੀਲੇ ਪੈ ਗਏ, ਹੌਸਲੇ ਢਹਿ ਗਏ ਕਈਆਂ ਦੇ। ਕੌਣ ਗੁਰੂ ਕੇ ਚਲਿਤ ਸੰਭਾਲੇ, ਦੇ ਚਲਤ ਕੌਣ ਸੰਭਾਲੇ? ਕੌਣ ਜਾਣੇ ਮੇਰੇ ਗੁਰੂ ਦੀ ਗਤ ਨੂੰ, ਪਾਤਸ਼ਾਹ ਦੀ ਕੀ ਰਮਜ ਹੈ। ਹਰ ਹਰ ਕੰਪੇ ਹੈ ਉਰਮੈ, ਹਰ ਹਰ ਥਰ ਹਰ ਕੰਬਣ ਲੱਗੇ ਨੇ ਹਿਰਦੇ ਸਭ ਦੇ, ਹਿਰਦੇ ਹੈਰਨ ਲੱਗੇ ਹਨ। ਅਨਕ ਕਲਪਨਾ ਕਲਪਤ ਗੁਰ ਮੈਂ, ਕਈ ਤਰ੍ਹਾਂ ਦੀਆਂ ਕਲਪਨਾਵਾਂ ਸਤਿਗੁਰਾਂ ਵਿੱਚ ਕਲਪਣ ਲੱਗੇ, ਕਈ ਕੜਾ ਖਾਣੇ। ਦੋਹਰਾ ਦਇਆ ਸਿੰਘ ਕੋ ਤੀਰ ਦੇ, ਤੰਬੂ ਵਿਖੇ ਬਿਠਾਏ। ਗਰੀਬ ਨਵਾਜ ਪਾਤਸ਼ਾਹ ਜੀ ਨੇ ਭਾਈ ਦਇਆ ਰਾਮ ਜੀ ਨੂੰ ਤੰਬੂ ਦੇ ਵਿੱਚ ਜਾ ਕਰਕੇ ਇਸ ਪ੍ਰਕਾਰ ਨਾਲ ਚੋਜ ਵਰਤਾਇਆ। ਕਲਗੀਧਰ ਨਿਕ ਸੇ ਵੈਰ ਰਸ, ਜੁਤ ਬਦਨ ਦਿਖਾਏ। ਬਾਹਰ ਆਏ, ਚਿਹਰਾ ਮਹਾਰਾਜ ਜੀ ਦਾ ਲਾਲ ਸੁਰਖ ਹੈ, ਨੇਤਰ ਲਾਲ ਸੁਰਖ ਨੇ, ਬੀਰਸੀ ਸਰੂਪ ਵਿੱਚ ਆ ਕੇ ਸਿੱਖਾਂ ਨੂੰ ਦਰਸ਼ਨ ਦਿੱਤੇ ਨੇ। ਜੋ ਪਿਆਰੇ ਥੇ ਇੱਕ ਕੁਨਕੇ ਗਏ, ਸਭ ਭਾਗ ਗਏ ਇੱਕ ਠੁਨਕੇ ਤੇ। ਉਸ ਵਕਤ ਜਿਵੇਂ ਗੱਲਾਂ ਹੋਈਆਂ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਖਾਲਸੇ ਪੰਥ ਦੀ ਸਾਜਨਾ ਕਰ ਰਹੇ ਨੇ, ਪੰਜਾਂ ਪਿਆਰਿਆਂ ਦੇ ਸੀਸ ਲਏ ਨੇ ਮੇਰੇ ਗੁਰਦੇਵ ਨੇ। ਉਹ ਕਥਾ ਜਿਵੇਂ ਜਿਵੇਂ ਅੱਗੇ ਪ੍ਰਕਰਨ ਆਉਣਗੇ ਆਪ ਜੀ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ।